कि भारत दे विच जे अंदोलन ना हुंदे ते असीं आज़ाद ना हुंदे, जे अंदोलन ना हुंदे ते सानूं अपने हक ना मिलदे। ਜਾਂ ਹੱਕ ਲੈ ਕੇ ਜਾਵਾਂਗੇ ਜਾਂ ਗੋਲੀ ਖਾ ਕੇ ਜਾਵਾਂਗੇ ਮੋਦੀ ਦੀ। ਅਸੀਂ ਐਵੇਂ ਨਹੀਂ ਜਾਣਾ ਵੀ ਉਹਦੇ ਦਾਬਿਆਂ ਤੋਂ ਡਰਦੇ ਹਾਂ। ਜਦੋਂ ਰਾਣੀ ਝਾਂਸੀ ਖੁਦ ਬਗਾਵਤ ਲਈ ਨਿਕਲੀ ਆ, ਕਿਉਂ ਨਿਕਲੀ ਆ? ਜ਼ਮੀਨ ਦਾ ਮਾਮਲਾ ਸੀ, ਉਹਦਾ ਮਤਵੰਨਾ ਪੁੱਤਰ ਸੀ, ਉਹਨੂੰ ਜਾਇਦਾਦ ਦਾ ਵਾਰਸ ਨਹੀਂ ਸੀ ਬਣਨ ਦਿੱਤਾ ਤੇ ਉਹ ਮੈਦਾਨੇ ਜੰਗ ਖੁਦ ਜਿਹੜੀ ਫੌਜਾਂ ਦੀ ਅਗਵਾਈ ਕਰਦੀ ਸੀ ਉਸ ਵੇਲੇ ਲਗਾਤਾਰ ਲੜਦੀ ਹੋਈ ਉਹ ਸ਼ਹੀਦ ਹੋ ਗਈ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ HSN TV ਦੇ ਨਾਲ। ਮੈਂ ਹਾਂ ਸ਼ੀਤਲ ਠਾਕੁਰ। ਅੱਜ ਅਸੀਂ ਆਪਣੀ ਖਾਸ ਗੱਲਬਾਤ ਇੱਕ ਇਹੋ ਜਿਹੀ ਸ਼ਖਸੀਅਤ ਦੇ ਨਾਲ ਕਰਨ ਚਾਹ ਰਹੇ ਹਾਂ ਜਿਹੜੇ ਕਿ ਸਾਨੂੰ ਕਿਸਾਨੀ ਅੰਦੋਲਨ ਦੇ ਵਿੱਚ ਉਹਨਾਂ ਅਹਿਮ ਮੁੱਦਿਆਂ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨਗੇ, ਜਿਹੜੇ ਅਹਿਮ ਮੁੱਦੇ ਕਿਤੋਂ ਨਾ ਕਿਤੋਂ ਅੱਖੋਂ ਪਰੋਖੇ ਹੋ ਚੁੱਕੇ ਨੇ। ਜਿਵੇਂ ਕਿ ਕਿਸਾਨੀ ਅੰਦੋਲਨਾਂ ਦੇ ਵਿੱਚ ਔਰਤਾਂ ਦੀ ਕੀ ਭੂਮਿਕਾ ਰਹੀ ਹੈ, ਫਿਰ ਚਾਹੇ ਉਹ ਅੰਦੋਲਨ ਹੋਣ ਵਾਲਾ ਹੀ ਕਿਉਂ ਨਾ ਹੋਵੇ ਜਾਂ ਫਿਰ ਇਤਿਹਾਸ ਦੇ ਵਿੱਚ ਖੇਤੀਬਾੜੀ ਨਾਲ ਜੁੜੇ ਕਿੰਨੇ ਕੁ ਅੰਦੋਲਨ ਹੋ ਚੁੱਕੇ ਨੇ, ਇਹਨਾਂ ਦੇ ਬਾਰੇ ਸਾਡੇ ਨਾਲ ਗੱਲਬਾਤ ਕਰਨਗੇ। ਤੁਹਾਨੂੰ ਦੱਸ ਦਈਏ ਸਾਡੀ ਖਾਸ ਸ਼ਖਸੀਅਤ ਜਿਨ੍ਹਾਂ ਦੇ ਨਾਲ ਅਸੀਂ ਰੂਬਰੂ ਹੋਣ ਜਾ ਰਹੇ ਹਾਂ, ਉਹਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਲੱਦੇਵਾਲੀ ਕੈਂਪਸ ਚੋਂ ਰਿਟਾਇਰਡ ਐਸੋਸੀਏਟ ਪ੍ਰੋਫੈਸਰ ਪੰਜਾਬੀ ਵਿਭਾਗ ਦੇ ਮੁਖੀ ਵੀ ਰਹਿ ਚੁੱਕੇ ਨੇ ਤੇ ਇਸ ਵੇਲੇ ਉਹ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਪੈਟਰਨ ਵਜੋਂ ਵੀ ਕੰਮ ਕਰਦੇ ਨੇ। ਉਹਨਾਂ ਦਾ ਨਾਮ ਹੈ ਡਾਕਟਰ ਰਘਬੀਰ ਕੌਰ। ਸਭ ਤੋਂ ਪਹਿਲਾਂ ਸ਼ੀਤਲ ਜੀ, ਮੈਂ ਤੁਹਾਡੀ ਧੰਨਵਾਦੀ ਹਾਂ। ਤੁਹਾਡੇ ਮਾਧਿਅਮ ਦੇ ਰਾਹੀਂ ਮੈਨੂੰ ਇਸ ਮਾਧਿਅਮ ਨਾਲ ਜੁੜਨ ਦਾ ਮੌਕਾ ਮਿਲਿਆ। ਇਹ ਜਿਹੜਾ ਹੈਗਾ ਤੁਹਾਡਾ ਚੈਨਲ HSN, ਮੈਂ ਇਹਦੀ ਬਹੁਤ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਇਸ ਵਿਸ਼ੇ ਦੇ ਉੱਤੇ ਆਮ ਸਾਰਿਆਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ। ਇਸ ਲਈ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਸੋ ਮੈਮ, ਜਿੱਦਾਂ ਕਿ ਅੱਜ ਦੇ ਸਮੇਂ ਦੇ ਵਿੱਚ ਹਰ ਕੋਈ ਅੰਦੋਲਨ ਦੇ ਬਾਰੇ ਤਾਂ ਜਾਣਦਾ ਹੈ ਕਿ ਕਿਸਾਨੀ ਅੰਦੋਲਨ ਜਿਹੜਾ ਸਿੰਘੂ ਜਾਂ ਟਿਕਰੀ ਬਾਰਡਰ 'ਤੇ ਹੋ ਰਿਹਾ, ਤੁਹਾਡੇ ਫਿਲਹਾਲ ਇਸ ਅੰਦੋਲਨ ਦੇ ਬਾਰੇ ਕੀ ਵਿਚਾਰ ਨੇ? ਦੇਖੋ, ਇਹ ਅੰਦੋਲਨ ਦੇ ਬਾਰੇ ਮੇਰੇ ਵਿਚਾਰ ਮੈਂ ਆਪਣੇ ਤਾਂ ਦੱਸਾਂਗੀ, ਪਰ ਮੈਂ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਕਹਿਣਾ ਚਾਹਾਂਗੀ ਕਿ ਇਹ ਜਿਹੜਾ ਕਿਸਾਨੀ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ, ਸਮੁੱਚੇ ਭਾਰਤ ਨੂੰ ਆਪਣੀ ਲਪੇਟ 'ਚ ਲੈ ਕੇ ਤੇ ਮੈਨੂੰ ਲੱਗਦਾ ਵਿਸ਼ਵ ਪੱਧਰ ਦੀ ਹਮਾਇਤ ਹਾਸਲ ਕਰ ਰਿਹਾ। ਇਹ ਬਹੁਤ ਹੀ ਨਿਵੇਕਲਾ ਜਿਹੜਾ ਕਿਸਾਨ ਅੰਦੋਲਨ ਆ। ਇਹ ਕਿਸਾਨ ਅੰਦੋਲਨ 26 ਨਵੰਬਰ 2021 ਨੂੰ ਤਾਂ ਦਿੱਲੀ ਵੱਲ ਚੱਲਿਆ, ਪਰ ਉਸ ਤੋਂ ਪਹਿਲਾਂ 6 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਕਿਸਾਨਾਂ ਨੇ, ਮਜ਼ਦੂਰਾਂ ਨੇ, ਔਰਤਾਂ ਨੇ, ਬਾਕੀ ਜਥੇਬੰਦੀਆਂ ਨੇ ਰਲ ਕੇ ਜਿਹੜੀ ਆਪਣੀ ਹਕੂਮਤ ਆ ਉਹਨੂੰ ਆਪਣੀ ਆਵਾਜ਼ ਸੁਣਾਉਣ ਦੀ ਯਤਨ ਕੀਤਾ ਕਿ ਜਿਹੜੇ ਇਹ 3 ਕਾਲੇ ਕਾਨੂੰਨ ਬਣੇ ਆ ਇਹ ਕਿਸਾਨ ਵਿਰੋਧੀ ਆ, ਇਹ ਕਿਸਾਨਾਂ ਦਾ ਫਾਇਦਾ ਨਹੀਂ ਕਰਦਾ ਤੇ ਇਹਨਾਂ ਦੀ ਸੁਣਵਾਈ ਨਹੀਂ ਹੋਈ। ਜਦੋਂ ਸੁਣਵਾਈ ਨਹੀਂ ਹੋਈ ਤੇ ਹਕੂਮਤ ਨੂੰ ਸੁਣਾਉਣ ਲਈ ਉਹਨਾਂ ਨੂੰ ਦਿੱਲੀ ਨੂੰ ਜਾਣਾ ਪਿਆ। ਜਦੋਂ ਦਿੱਲੀ ਗਏ ਆ ਤਾਂ ਰਸਤੇ ਦੇ ਵਿੱਚ ਜੋ ਕੁਛ ਉਹਨਾਂ ਦੇ ਨਾਲ ਵਾਪਰਿਆ, ਕਿਸਾਨਾਂ ਦੇ ਨਾਲ ਰੋਕਾਂ ਖੜੀਆਂ ਕੀਤੀਆਂ ਗਈਆਂ, ਉਹਨਾਂ 'ਤੇ ਪਾਣੀ ਦੀਆਂ ਵਿਛਾੜਾਂ ਛੱਡੀਆਂ ਗਈਆਂ ਤੇ ਪਰ ਕਿਸਾਨਾਂ ਨੇ ਸਾਰਾ ਪੁਲਿਸ ਦਾ ਜਿਹੜਾ ਉਹ ਹਕੂਮਤ ਦਾ ਮੈਂ ਕਹੂੰਗੀ ਪ੍ਰਸ਼ਾਸਨ ਦਾ ਜੋ ਜ਼ਬਰ ਸੀ ਉਹ ਸਹਿਣ ਕੀਤਾ ਤੇ ਉਹ ਉੱਥੇ ਪਹੁੰਚ ਗਏ। ਉੱਥੇ ਪਹੁੰਚ ਕੇ ਉਹਨਾਂ ਨੇ ਧਰਨਾ ਲਾਇਆ। ਇਹਦੇ ਵਿੱਚ ਇਕੱਲੇ ਕਿਸਾਨ ਮਰਦ ਨਹੀਂ ਸੀ, ਕਿਉਂਕਿ ਆਮ ਤੌਰ 'ਤੇ ਕਿਸਾਨਾਂ ਤੋਂ ਭਾਵ ਲਿਆ ਜਾਂਦਾ ਕਿ ਮਰਦ। ਇਹਦੇ ਵਿੱਚ ਔਰਤਾਂ ਦੀ ਵੀ ਉਨੀ ਸ਼ਮੂਲੀਅਤ ਆ ਜਿੰਨੀ ਮਰਦਾਂ ਦੀ ਆ, ਔਰ ਔਰਤਾਂ ਨੇ ਵੀ ਇਹਦਾ ਸਾਹਮਣਾ ਕੀਤਾ ਔਰ ਲਗਾਤਾਰ 11 ਮਹੀਨੇ ਹੋ ਗਏ, ਸਾਲ ਦੇ ਵਿੱਚ ਪ੍ਰਵੇਸ਼ ਕਰ ਰਿਹਾ ਇਹ ਸੰਘਰਸ਼ ਨਿਰੰਤਰ ਚੱਲ ਰਿਹਾ। ਸੋ ਇਹ ਤਾਂ ਹੋਇਆ ਹੁਣ ਵਾਲਾ ਅੰਦੋਲਨ ਜਿਹੜਾ ਕਿ ਇਸ ਵੇਲੇ ਵਰਤਮਾਨ ਜਿਹੜਾ ਚੱਲ ਰਿਹਾ। ਇਤਿਹਾਸ ਦੇ ਵਿੱਚ ਵੀ ਖੇਤੀਬਾੜੀ ਨਾਲ ਜਾਂ ਕਿਸਾਨਾਂ ਨਾਲ ਅੰਦੋਲਨ ਜਿਹੜੇ ਨੇ ਇਹੋ ਜਿਹੇ ਹੋਏ ਨੇ? ਇਹ ਤਾਂ ਗੱਲ ਮੈਂ ਬੜੀ ਮਾਣ ਦੇ ਨਾਲ ਤੁਹਾਨੂੰ ਦੱਸਣਾ ਚਾਹਾਂਗੀ ਕਿ ਭਾਰਤ ਦੇ ਵਿੱਚ ਜੇ ਅੰਦੋਲਨ ਨਾ ਹੁੰਦੇ ਤੇ ਅਸੀਂ ਆਜ਼ਾਦ ਨਾ ਹੁੰਦੇ, ਜੇ ਅੰਦੋਲਨ ਨਾ ਹੁੰਦੇ ਤੇ ਸਾਨੂੰ ਆਪਣੇ ਹੱਕ ਨਾ ਮਿਲਦੇ। ਇਸ ਕਰਕੇ ਦੇਸ਼ ਦੀ ਆਜ਼ਾਦੀ ਤੋਂ ਲੱਗ ਕੇ ਵੱਖ-ਵੱਖ ਦੇਸ਼ ਵਿੱਚ ਅੰਦੋਲਨ ਚੱਲੇ ਆ ਤੇ ਇਹਨਾਂ ਸਾਰੇ ਅੰਦੋਲਨਾਂ ਪਿੱਛੇ ਮੇਨ ਸਾਡੀ ਆਰਥਿਕਤਾ ਹੁੰਦੀ ਆ। ਜੇ ਮੈਂ ਕਹਾਂ ਕਿ ਆਰਥਿਕਤਾ ਜਿਹੜੀ ਆ ਉਹ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਸਾਡੀ ਕਿਸਾਨੀ ਆ ਜਿਹੜੀ ਖੇਤੀਬਾੜੀ 'ਤੇ ਨਿਰਭਰ ਕਰਦੀ ਆ, ਉਹ ਹੀ ਡਿਪੈਂਡ ਕਰਦੀ ਆ। ਤੇ ਇਹ ਕਿਤੇ ਅੱਜ ਦੀ ਥੋੜ੍ਹੋ ਗੱਲ ਆ। ਇਹ ਤਾਂ ਮੈਨੂੰ ਲੱਗਦਾ ਕਿ ਮੈਂ ਜੋ ਇਤਿਹਾਸ ਪੜ੍ਹਿਆ, ਮੈਂ ਭਾਵੇਂ ਇਤਿਹਾਸ ਦੀ ਵਿਦਿਆਰਥਣ ਨਹੀਂ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਸੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਜ਼ਿੰਮੇਵਾਰੀ ਦਿੱਤੀ ਤੇ ਉਹਨਾਂ ਨੇ ਪਹਿਲੀ ਵਾਰੀ ਕਿਸਾਨਾਂ ਨੂੰ ਜਿਹੜੇ ਸੀ ਮਾਲਕੀ ਦੇ ਹੱਕ ਦਿਵਾਏ ਸੀ। ਪਰ ਹਕੂਮਤ ਜਿਹੜੀ ਉਦੋਂ ਅੰਗਰੇਜ਼ੀ ਹਕੂਮਤ ਸੀ, ਈਸਟ ਇੰਡੀਆ ਕੰਪਨੀ ਸੀ ਜਿਹੜੀ ਇੱਥੇ ਵਪਾਰ ਕਰਨ ਆਈ ਸੀ, ਉਹਨੇ ਲੋਕਾਂ ਦੇ ਉੱਤੇ
ਭਾਰਤ ਤੋਂ ਬਾਹਰ ਕਿਉਂਕਿ ਭਾਰਤ ਤੇ ਲੇਟ ਕਬਜ਼ਾ ਹੁੰਦਾ, ਜਿੰਨਾ ਜ਼ਬਰ ਢਾਇਆ ਉਸ ਜ਼ਬਰ ਦਾ ਜਿਹੜਾ ਮੈਂ ਤੁਹਾਨੂੰ ਅੰਦੋਲਨ ਦੱਸਾਂਗੀ। ਇਸ ਜ਼ਬਰ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਬੰਗਾਲ ਨੂੰ ਆਪਣੇ ਕਾਬੂ ਹੇਠ ਲਿਆ। ਬੰਗਾਲ ਦੇ ਵਿੱਚ ਕੀ ਕੀਤਾ ਕਿ ਕਿਸਾਨਾਂ ਦੇ ਉੱਤੇ ਨਜਾਇਜ਼ ਟੈਕਸ ਲਾ ਦਿੱਤਾ। ਜਦੋਂ ਕਿਸਾਨਾਂ ਤੇ ਨਜਾਇਜ਼ ਟੈਕਸ ਲਾਇਆ, ਇੱਕ ਤੇ ਉਹਨਾਂ ਤੇ ਨਜਾਇਜ਼ ਟੈਕਸ ਦਾ ਬੋਝ ਸੀ, ਦੂਜਾ ਆਪਣੇ ਵਪਾਰ ਦੀ ਖਾਤਰ ਉਹ ਕਿਸਾਨਾਂ ਤੋਂ ਨੀਲ ਦੀ ਖੇਤੀ ਕਰਵਾਉਣਾ ਚਾਹੁੰਦੇ ਸੀ। ਨੀਲ ਦੀ ਖੇਤੀ ਦੇ ਨਾਲ ਕੀ ਸੀ ਕਿ ਉਹਨਾਂ ਨੂੰ ਕਹਿੰਦੇ ਸੀ ਤੁਸੀਂ ਕਰਜ਼ਾ ਲਓ, ਕਰਜ਼ਾ ਲੈ ਕੇ ਸਾਡਾ ਵਪਾਰ ਪ੍ਰਫੁੱਲਤ ਕਰੋ ਤਾਂ ਕਿ ਨੀਲ ਦੀ ਖੇਤੀ ਜ਼ਿਆਦਾ ਹੋਵੇ। ਤੇ ਉਹ ਕਿਸਾਨ ਜਿਹੜੇ ਸੀ ਹੋਰ ਕਰਜ਼ੇ ਹੇਠ ਆ ਗਏ, ਕੰਗਾਲ ਹੋ ਗਏ। ਕੰਗਾਲ ਤੇ ਦੂਜਾ ਕੁਦਰਤ ਨੇ ਵੀ ਉਹਨਾਂ ਦਾ ਸਾਥ ਨਹੀਂ ਦਿੱਤਾ। ਮੀਂਹ ਨਹੀਂ ਪਿਆ, ਭੁੱਖਮਰੀ ਪੈ ਗਈ, ਕਾਲ ਪੈ ਗਿਆ ਤੇ ਲੋਕ ਕੰਗਾਲ ਹੋ ਗਏ, ਭੁੱਖਮਰੀ ਨਾਲ ਮਰਨ ਲੱਗ ਪਏ। ਤੇ ਸਭ ਤੋਂ ਪਹਿਲਾਂ 1769 ਦੇ ਵਿੱਚ ਬੰਗਾਲ ਦੇ ਲੋਕਾਂ ਨੇ ਇਕੱਠੇ ਹੋ ਕੇ ਆਪਣੇ ਹੱਕਾਂ ਲਈ, ਕਿਸਾਨੀ ਲੋਕਾਂ ਨੇ ਬਗਾਵਤ ਦਾ ਝੰਡਾ ਗੱਡ ਦਿੱਤਾ ਸੀ। ਇਹ ਕਦੋਂ ਦੀ ਗੱਲ ਆ? 1769 ਦੀ। ਇਹੋ ਹੀ ਨਹੀਂ, ਇਕੱਲੇ ਬੰਗਾਲ ਦੇ ਲੋਕਾਂ ਨੇ ਨਹੀਂ, ਉਦੋਂ ਸਾਡਾ ਕਬੀਲਾ ਯੁੱਗ ਹੁੰਦਾ ਸੀ। ਕਬੀਲੇ ਯੁੱਗ ਦੇ ਵਿੱਚ ਵੀ ਜਿਹੜੇ ਲੋਕ ਆਪਣੀਆਂ ਨਿੱਜੀ ਤੌਰ 'ਤੇ ਰਹਿ ਰਹੇ ਸੀ, ਆਪਣੇ ਜ਼ਿੰਦਗੀ ਬਸਰ ਕਰ ਰਹੇ ਸੀ, ਉਹਨਾਂ ਦੀਆਂ ਜ਼ਮੀਨਾਂ ਖੋਹਣ ਲਈ ਵੀ ਹਕੂਮਤ ਨੇ ਉਹਨਾਂ ਦੇ ਉੱਤੇ ਦੋਸ਼ ਕੀ ਲਾਏ ਕਿ ਇਹ ਲੋਕ ਜੰਗਲੀ ਆ, ਇਹ ਲੋਕ ਵਹਿਸ਼ੀ ਆ। ਇਹੋ ਜਿਹੇ ਉਹਨਾਂ ਨੂੰ ਵਿਸ਼ੇਸ਼ਣ ਦੇ ਕੇ ਗਰਦਾਨ ਕੇ ਤੇ ਉਹਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਉਹਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਨੇ ਸ਼ੁਰੂ ਕੀਤੇ ਤੇ ਉਦੋਂ ਜਿਹੜੀਆਂ ਸਾਡੇ ਕਬੀਲਿਆਂ ਦੀਆਂ ਬਗਾਵਤਾਂ ਹੋਈਆਂ, ਉਹਦੇ 'ਚੋਂ ਮੈਂ ਕੁਝ ਪ੍ਰਮੁੱਖ ਬਗਾਵਤਾਂ ਦੇ ਤੁਹਾਡੇ ਕੋਲ ਨਾਂ ਲਊਂਗੀ। ਉਹ ਬਗਾਵਤਾਂ 'ਚ ਸਿਰਫ ਇੱਕ ਕਬੀਲਾ ਨਹੀਂ, ਉੱਥੇ ਤੇ ਜੋ ਸੰਨਿਆਸੀ ਸੀ, ਜੋ ਫਕੀਰ ਸੀ, ਜੋ ਕਿਸਾਨ ਸੀ, ਜੋ ਆਮ ਲੋਕ ਸੀ, ਔਰਤਾਂ ਉਹ ਵੀ ਸ਼ਾਮਲ ਹੋਏ। ਉਹਨਾਂ ਬਗਾਵਤਾਂ ਦੇ ਵਿੱਚ ਇੱਕ ਸੰਥਾਲ ਬਗਾਵਤ ਬਹੁਤ ਮਸ਼ਹੂਰ ਆ, ਇੱਕ ਮੁੰਡਾ ਬਗਾਵਤ ਆ, ਇੱਕ ਜੇਤੀਆ ਐਂਡ ਗਾਰੋ ਬਗਾਵਤ ਆ, ਇੱਕ ਭੀਲ ਬਗਾਵਤ ਆ। ਇਹ ਜਿਹੜੀਆਂ ਪ੍ਰਮੁੱਖ ਨੇ ਬਗਾਵਤਾਂ ਤੇ ਬਹੁਤ ਹੀ ਜ਼ਿਆਦੀਆਂ ਹੋਈਆਂ। ਜਦੋਂ ਅਸੀਂ ਇਤਿਹਾਸ ਤੇ ਜਾਈਏ ਨਾ ਤੇ ਕਹਿੰਦੇ ਆ 1857 'ਚ ਬਗਾਵਤ ਹੋਈ ਆ, ਜਿਹੜੀ ਇੱਕ ਧਰਮ ਦੇ ਨਾਂ 'ਤੇ ਆਮ ਗਿਣੀ ਜਾਂਦੀ, ਜਾਂ ਜਿਹਨੂੰ ਅਸੀਂ ਦੇਸ਼ ਦੀ ਆਜ਼ਾਦੀ ਦੀ ਪਹਿਲੀ ਲੜਾਈ ਮੰਨਦੇ ਆ। ਪਰ ਇਸ ਬਗਾਵਤ ਦੇ ਪਿੱਛੇ ਵੀ ਮੂਲ ਕਾਰਨ ਕਿਸਾਨਾਂ ਦੀ ਬੇਚੈਨੀ ਸੀ, ਕਿਉਂਕਿ ਕਿਸਾਨਾਂ ਤੇ ਇੰਨੇ ਟੈਕਸ, ਇੰਨੇ ਬੋਝ ਲੱਗੇ ਸੀ ਹੋਏ ਸੀ ਤੇ ਉਹ ਅੰਦਰੋਂ ਅੰਦਰ ਬੜੇ ਬੇਚੈਨ ਸੀ। ਬਹਾਨਾ ਭਾਵੇਂ ਤਤਕਾਲੀ ਕਾਰਨ ਕੋਈ ਵੀ ਬਣਿਆ, ਪਰ ਇਹਦੇ ਪਿੱਛੇ ਜਿਹੜੀ ਮੂਲ ਭਾਵਨਾ ਸੀ ਉਹ ਕਿਸਾਨੀ ਦੀ ਬੇਚੈਨੀ ਸੀ। ਮੈਂ ਉੱਥੇ ਉਦਾਹਰਨ ਦੇਣੀ ਚਾਹਾਂਗੀ ਤੁਹਾਨੂੰ। ਜਦੋਂ ਦਿੱਲੀ ਤੋਂ ਮੇਰਠ ਛਾਉਣੀ ਤੋਂ ਉਹ ਸੈਨਿਕ ਬਗਾਵਤ ਕਰਕੇ ਦਿੱਲੀ ਵੱਲ ਨੂੰ ਆ ਰਹੇ ਆ ਤੇ ਰਾਹ ਦੇ ਵਿੱਚ ਗਾਜ਼ੀਆਬਾਦ ਦੇ ਨੇੜੇ ਕਿਸਾਨਾਂ ਨੇ ਜਿਹੜਾ ਸੀ ਉਹ ਇਕੱਠੇ ਹੋ ਕੇ ਅੰਗਰੇਜ਼ੀ ਜਿਹੜੀ ਫੌਜ ਸੀ, ਸੈਨਿਕ ਸੀ, ਉਹਨੂੰ ਘੇਰਾ ਪਾਇਆ, ਨੁਕਸਾਨ ਕੀਤਾ। ਇੱਥੋਂ ਤੱਕ ਕਿ ਗਾਜ਼ੀਆਬਾਦ ਇਲਾਕੇ ਦੇ ਜਾਟ ਬਰਾਦਰੀ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਇੱਕ ਆਪਣੀ ਫੌਜ ਬਣਾਈ। ਫੌਜ ਬਣਾ ਕੇ ਪਹਿਲੀ ਵਾਰ ਅੰਗਰੇਜ਼ਾਂ ਤੋਂ ਉਸ ਇਲਾਕੇ ਨੂੰ ਐਲਾਨ ਆਜ਼ਾਦ ਕਰ ਦਿੱਤਾ। ਇਹ ਵੱਡੀ ਪ੍ਰਾਪਤੀ ਹੈ, ਇਹ ਕਿਸਾਨੀ ਬਗਾਵਤ ਆ। ਕਿਉਂਕਿ ਜੇ ਕਿਸਾਨੀ ਬਗਾਵਤ ਨਾ ਹੁੰਦੀ ਤੇ ਕਿਸਾਨਾਂ ਨੂੰ ਆਪਣੀ ਫੌਜ ਬਣਾਉਣ ਦੀ ਉਸ ਵੇਲੇ ਕੀ ਲੋੜ ਪਈ ਸੀ। ਸੋ ਕਹਿਣ ਦਾ ਭਾਵ ਇਹ ਹੈ ਕਿ ਸ਼ੁਰੂ ਤੋਂ ਹੀ ਖੇਤੀਬਾੜੀ ਨਾਲ ਸੰਬੰਧਿਤ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਜਿਹੜੇ ਅੰਦੋਲਨ ਆ ਸਾਡੇ ਇਤਿਹਾਸ ਦੇ ਵਿੱਚ ਹੁੰਦੇ ਰਹੇ ਨੇ। ਸੋ ਹੁਣ ਵੀ ਜਿਹੜਾ ਅੰਦੋਲਨ ਹੈ ਇਹ ਹੁਣ ਜਿਹੜਾ ਹੈ ਇਸ ਟਾਈਮ ਚੱਲ ਰਿਹਾ ਉਹ ਵੀ ਖੇਤੀਬਾੜੀ ਨਾਲ ਸੰਬੰਧਿਤ ਹੈ। ਸੋ ਹੁਣ ਅਸੀਂ ਆਉਂਦੇ ਹਾਂ ਔਰਤਾਂ ਵੱਲ ਕਿ ਇਹ ਜਿਹੜੇ ਇਤਿਹਾਸ 'ਚ ਅੰਦੋਲਨ ਹੋਏ ਤੇ ਹੁਣ ਵੀ ਜਿਹੜਾ ਅੰਦੋਲਨ ਇਸ ਟਾਈਮ ਟਿੱਕਰੀ ਤੇ ਸਿੰਘੂ ਬਾਰਡਰ ਤੇ ਹੋ ਰਿਹਾ, ਉਹਨਾਂ ਦੇ ਵਿੱਚ ਔਰਤਾਂ ਸ਼ਮੂਲੀਅਤ ਜਿਹੜੀ ਹੈ ਇਸ ਵੇਲੇ ਤੇ ਹੈਗੀ ਹੈ ਕਿ ਪਹਿਲਾਂ ਵੀ ਇਤਿਹਾਸ 'ਚ ਔਰਤਾਂ ਦੀ ਉਨੀ ਹੀ ਸ਼ਮੂਲੀਅਤ ਸੀ? ਬਿਲਕੁਲ ਜੀ। ਮੈਂ ਤੇ ਇੱਥੇ ਗੱਲ ਹੋਰ ਅੱਗੇ ਕਰਨਾ ਚਾਹੁੰਦੀ ਹਾਂ ਵੀ ਇਹ ਜਿਹੜੇ ਭਾਰਤ ਦੇ ਲੋਕ ਆ, ਪਹਿਲਾਂ ਤਾਂ ਇਹਨਾਂ ਨੇ ਰਜਵਾੜਾ ਸ਼ਾਹੀ ਦੇ ਖਿਲਾਫ ਲੜਾਈਆਂ ਲੜੀਆਂ। ਰਾਜੇ ਸੀ ਉਹ ਆਪਣੀ ਹਕੂਮਤ ਨੂੰ ਦਬਾ ਕੇ ਰੱਖਦੇ ਸੀ। ਫਿਰ ਈਸਟ ਇੰਡੀਆ ਕੰਪਨੀ ਆ ਗਈ, ਅੰਗਰੇਜ਼ ਆ ਗਏ, ਉਹਨਾਂ ਦਾ ਮੁਕਾਬਲਾ ਕੀਤਾ ਤੇ ਅਜੋਕਾ ਸੰਘਰਸ਼ ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਆ, ਉਹ ਕੇਂਦਰ ਦੀ ਜਿਹੜੀ ਸਾਡੀ ਹਕੂਮਤ ਆ, ਇਹਦੀਆਂ ਜਿਹੜੀਆਂ ਫਾਸ਼ੀਵਾਦੀਆਂ ਨੀਤੀਆਂ ਨੇ, ਉਹਦੇ ਲਈ ਜਿਹੜੇ ਕਾਨੂੰਨ ਬਣਾਏ ਨੇ, ਇਹ ਲੋਕ ਮਾਰੂ ਕਾਨੂੰਨ ਨੇ। ਇਹ ਇਕੱਲੇ ਕਿਸਾਨ ਮਾਰੂ ਨਹੀਂ, ਇਹ ਆਮ ਜਨਤਾ 'ਤੇ ਪ੍ਰਭਾਵੀ ਨੇ। ਸ਼ੁਰੂ ਤੋਂ ਲੱਗ ਕੇ ਔਰਤਾਂ ਦੀ ਜਿਹੜੀ ਬੜੀ ਸ਼ਮੂਲੀਅਤ ਰਹੀ ਹੈ। ਮੈਂ ਇੱਥੇ 1857 ਦੇ ਗਦਰ ਦੀ ਗੱਲ ਕਰ ਰਹੀ ਸੀ। ਮੈਂ ਉਹਦੇ ਬਾਰੇ ਜੋੜਾਂਗੀ ਕਿ ਜਦੋਂ ਰਾਣੀ ਝਾਂਸੀ ਖੁਦ
ਬਗਾਵਤ ਲਈ ਨਿਕਲੀ ਆ। ਕਿਉਂ ਨਿਕਲੀ ਆ? ਜ਼ਮੀਨ ਦਾ ਮਾਮਲਾ ਸੀ, ਉਹਦਾ ਮਤਵੰਨਾ ਪੁੱਤਰ ਸੀ, ਉਹਨੂੰ ਜਾਇਦਾਦ ਦਾ ਵਾਰਸ ਨਹੀਂ ਸੀ ਬਣਨ ਦਿੱਤਾ, ਤੇ ਉਹ ਮੈਦਾਨੇ ਜੰਗ ਖੁਦ ਜਿਹੜੀ ਫੌਜਾਂ ਦੀ ਅਗਵਾਈ ਕਰਦੀ ਸੀ ਉਸ ਵੇਲੇ ਲਗਾਤਾਰ ਲੜਦੀ ਹੋਈ ਉਹ ਸ਼ਹੀਦ ਹੋ ਗਈ। ਇੱਥੋਂ ਹੀ ਨਹੀਂ ਕਿ ਉਹਦਾ ਮਤਵੰਨਾ ਬੇਟਾ ਸੀ, ਜਿਨ੍ਹਾਂ ਦੇ ਬੇਟੇ ਮਤਵੰਨੇ ਨਹੀਂ ਵੀ ਸੀ, ਇਹ ਉਹਨਾਂ ਨੇ ਇੱਕ ਪਾਲਿਸੀ ਬਣਾਈ ਸੀ। ਇਸ ਪਾਲਿਸੀ ਤੋਂ ਬਿਨਾਂ ਉਹਨਾਂ ਨੇ ਕੀ ਕੀਤਾ ਕਿ ਕੁਛ ਰਿਆਸਤਾਂ ਇਹੋ ਜਿਹੀਆਂ ਸੀ ਜਿਨ੍ਹਾਂ ਦੇ ਜਿਹੜੇ ਨਵਾਬ ਸੀ ਉਹਨਾਂ ਨੇ ਕਹਿ ਦਿੱਤਾ ਤੁਹਾਡਾ ਜਿਹੜਾ ਰਾਜ ਪ੍ਰਬੰਧ ਆ ਉਹ ਹੀ ਠੀਕ ਨਹੀਂ, ਅਯੋਗ ਪ੍ਰਬੰਧ ਦਾ ਕਰਾਰ ਦੇ ਕੇ ਅਵਧ ਦੇ ਨਵਾਬ ਨੂੰ ਕੈਦ ਕਰ ਲਿਆ, ਤੇ ਉਹਦੀ ਜਿਹੜੀ ਰਾਣੀ ਸੀ, ਮਹਾਰਾਣੀ ਸੀ, ਉਹ ਉੱਥੇ ਹੀ ਰਹੀ। ਜਿਹੜੀ ਸੀ ਲਖਨਊ 'ਚ ਹੀ ਉਹਨੂੰ ਕੈਦ ਕਰ ਲਿਆ, ਤਾਂ ਉਹ ਉੱਥੇ ਬਣਾ ਰਹੀ। ਜਦੋਂ ਉੱਥੇ ਰਹਿੰਦੀ ਆ ਅਵਧ ਦੀ ਜਿਹੜੀ ਰਾਣੀ ਆ, ਤੇ ਫਿਰ ਕੀ ਹੁੰਦਾ ਕਿ ਉਹਨੂੰ ਹਜ਼ਰਤ ਮਹਿਲ ਉਹਦਾ ਨਾਂ ਹੈ, ਤੇ ਉਹ ਵੀ ਮੈਦਾਨੇ ਜੰਗ ਕੁੱਦਦੀ ਆ, ਉਹ ਵੀ ਮੈਦਾਨ ਦੇ ਵਿੱਚ ਨਿਕਲਦੀ ਆ, ਤੇ ਉਹਨਾਂ ਦਾ ਡਟ ਕੇ ਮੁਕਾਬਲਾ ਕਰਦੀ ਆ, ਤੇ ਬਾਅਦ 'ਚ ਉਹ ਵੀ ਲੜਦੀ ਹੋਈ ਬਾਅਦ ਵਿੱਚ ਮਾਰੀ ਜਾਂਦੀ ਆ। ਇੱਥੇ ਇਕੱਲੀਆਂ ਰਾਣੀਆਂ ਨੇ ਲੜਾਈ ਨਹੀਂ ਲੜੀ। ਉਸ ਵੇਲੇ ਚਾਹੇ ਰਾਜਿਆਂ ਦਾ ਰਾਜ ਸੀ, ਉਸ ਵੇਲੇ ਦੀਆਂ ਜਿਹੜੀਆਂ ਨਿਮਨ ਜਾਤੀਆਂ ਸੀ ਉਹਨਾਂ ਦੇ ਨਾਲ ਕੰਮ ਕਰਦੇ ਸੀ। ਮੈਂ ਇੱਥੇ 2-3 ਨਾਂ ਤੁਹਾਨੂੰ ਦੱਸਣੇ ਚਾਹਾਂਗੀ ਉਹਨਾਂ ਔਰਤਾਂ ਦੇ ਜਿਨ੍ਹਾਂ ਦਾ ਕਦੇ ਨਾਂ ਹੀ ਨਹੀਂ ਇਤਿਹਾਸ 'ਚ ਆਉਂਦਾ। ਉਹ ਔਰਤਾਂ ਕੌਣ ਸੀ? ਉਹ 2 ਔਰਤਾਂ ਨੇ ਜਿਹੜੀਆਂ ਇਹਨਾਂ ਦੇ ਨਾਲ ਡਟ ਕੇ ਲੜੀਆਂ। ਇੱਕ ਮਹਾਬੀਰੀ ਦੇਵੀ ਜਿਹੜੀ ਕਿ ਛੋਟੀ ਬਰਾਦਰੀ ਦੀ ਸੀ, ਤੇ ਦੂਜੀ ਔਰਤ ਜਿਹੜੀ ਸੀ ਉਹ ਭੀਮਾ ਬਾਈ ਕੌਰੀ ਜਿਹੜੀ ਉਹਨਾਂ ਦੇ ਨਾਲ ਲੜੀ ਆ। ਬਹੁਤ ਲੜੀਆਂ ਨੇ ਔਰ ਦੋਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਆ, ਡਟ ਕੇ ਮੁਕਾਬਲਾ ਕੀਤਾ। ਜਦੋਂ ਅਸੀਂ 1857 ਤੋਂ ਨਿਕਲੇ ਹੁੰਦੇ ਆ ਨਾ, ਤਾਂ ਮੈਨੂੰ ਲੱਗਦਾ ਵੀ ਜਿਹੜੀਆਂ ਉਸ ਤੋਂ ਬਾਅਦ 'ਚ ਜਿੰਨੀਆਂ ਬਗਾਵਤਾਂ ਹੋਈਆਂ ਉਹਨਾਂ ਦਾ ਮੂਲ ਕਾਰਨ ਆਰਥਿਕਤਾ ਸੀ, ਸਾਡੀ ਕਿਸਾਨਾਂ ਦੀ ਬੇਚੈਨੀ ਸੀ। ਉਸ ਤੋਂ ਬਾਅਦ ਕੂਕਾ ਲਹਿਰ ਚੱਲੀ ਆ। ਕੂਕਾ ਲਹਿਰ ਦੇ ਵਿੱਚ 1870 ਦੇ ਵਿੱਚ ਕੂਕਾ ਲਹਿਰ ਆਈ ਹੈ, ਤੇ ਕੂਕਾ ਲਹਿਰ ਨੇ ਕੀ ਕੀਤਾ ਕਿ ਅੰਗਰੇਜ਼ਾਂ ਦੇ ਸਮਾਨ ਅੰਤਰ ਆਪਣਾ ਰਾਜ ਸਥਾਪਿਤ ਕਰ ਦਿੱਤਾ। ਉਹਨਾਂ ਦੇ ਰਾਜ ਨੂੰ ਮੰਨਿਆ ਹੀ ਨਹੀਂ, ਤੇ ਜਦੋਂ ਮੰਨਿਆ ਨਹੀਂ ਤੇ ਪਹਿਲੀ ਵਾਰ ਕੂਕਿਆਂ ਨੇ ਔਰਤਾਂ ਨੂੰ ਜਿਹੜੀਆਂ ਸੀ ਆਪਣੇ ਜ਼ਿਲ੍ਹੇ ਸੌਂਪੇ ਸੀ। ਬੀਬੀ ਹੁਕਮੀ ਦਾ ਨਾਮ ਮੈਂ ਲੈਣਾ ਚਾਹਾਂਗੀ, ਜਿਹਨੂੰ ਪਹਿਲੀ ਵਾਰੀ ਰਾਜਨੀਤਿਕ ਬਰਾਬਰੀ ਮਿਲੀ ਸੀ ਔਰ ਉਹਨੇ ਰਿਆਸਤ ਦਾ ਕੰਮ ਚਲਾਇਆ। ਫਿਰ 1907 ਦੇ ਵਿੱਚ ਗਦਰ ਪਾਰਟੀ ਪਗੜੀ ਸੰਭਾਲ ਜੱਟਾ ਲਹਿਰ ਚੱਲੀ ਹੈ। ਚਾਚਾ ਅਜੀਤ ਸਿੰਘ ਭਗਤ ਸਿੰਘ ਦੇ ਚਾਚਾ ਜੀ, ਤੇ ਉਹਦੇ 'ਚ ਭਗਤ ਸਿੰਘ ਦੇ ਪਿਤਾ ਜੀ ਕਿਸ਼ਨ ਸਿੰਘ ਸ਼ਾਮਲ ਆ। ਇਹ ਅੰਦੋਲਨ ਕਾਫੀ ਲੰਬਾ ਚੱਲਿਆ, ਮੇਰਾ ਖਿਆਲ 9 ਤੋਂ 11 ਮਹੀਨੇ ਚੱਲਿਆ। ਅਖੀਰ ਸਰਕਾਰ ਨੂੰ ਇਹਨਾਂ ਦੀਆਂ ਮੰਗਾਂ ਮੰਨਣੀਆਂ ਪਈਆਂ, ਝੁਕਣਾ ਪਿਆ, ਤੇ ਇਹਨਾਂ ਦੀ ਜਿੱਤ ਹੋਈ। ਉਸ ਅੰਦੋਲਨ 'ਚ ਭਾਵੇਂ ਸਿੱਧੇ ਤੌਰ 'ਤੇ ਔਰਤਾਂ ਤੇ ਸ਼ਾਮਲ ਨਹੀਂ ਹੋਈਆਂ, ਪਰ ਜਿਹੜੀਆਂ ਚਾਚਾ ਅਜੀਤ ਸਿੰਘ ਦੀ ਪਤਨੀ ਸੀ, ਜਦੋਂ ਚਾਚਾ ਅਜੀਤ ਸਿੰਘ ਨੂੰ ਦੇਸ਼ ਨਿਕਾਲਾ ਮਿਲ ਜਾਂਦਾ ਉਹ ਸਾਰੀ ਉਮਰ ਬਾਹਰ ਰਹਿੰਦੇ ਆ। ਇਸੇ ਤਰ੍ਹਾਂ ਭਗਤ ਸਿੰਘ ਦੇ ਪਿਤਾ ਜੀ ਵੀ ਤੇ ਚਾਚਾ ਜੀ ਵੀ। ਤੇ ਉਹਨਾਂ ਔਰਤਾਂ ਨਾਲ ਪਿੱਛੋਂ ਕੀ ਬੀਤੀ ਆ ਇਹ ਕਦੇ ਕਿਸੇ ਨੇ ਉਹਨਾਂ ਦਾ ਬਾਤ ਨਹੀਂ ਪਾਈ, ਜ਼ਿਕਰ ਨਹੀਂ ਕੀਤਾ, ਤੇ ਉਹਨਾਂ ਨੇ ਕੀ ਸੰਤਾਪ ਭੋਗਿਆ ਇਹ ਬਹੁਤ ਵੱਡੀ ਗੱਲ ਆ। ਉਸ ਤੋਂ ਬਾਅਦ ਆ ਜਾਓ ਗਦਰ ਪਾਰਟੀ ਆ ਜਾਂਦੀ ਹੈ। ਗਦਰ ਪਾਰਟੀ 'ਚ ਵੀ ਇਹੋ ਹੀ ਆ। ਗਦਰ ਪਾਰਟੀ ਦੇ ਵੇਲੇ ਤਾਂ ਇਹ ਹੋਇਆ ਸੀ ਲੋਕਾਂ ਦੀ 250 ਏਕੜ ਕਿਸਾਨਾਂ ਦੀ ਜ਼ਮੀਨ ਗਹਿਣੇ ਪੈ ਗਈ ਸੀ, ਪਲੇਗ ਫੈਲ ਗਈ, ਉੱਤੋਂ ਟੈਕਸ ਲੱਗਾ, ਤੇ ਲੋਕੀ ਉਦੋਂ ਬਹੁਤ ਕੰਗਾਲ ਹੋ ਗਏ ਸੀ। ਉਹ ਆਪਣੇ ਪਰਿਵਾਰਾਂ ਦਾ ਪੇਟ ਪਾਲਣ ਲਈ ਵਿਦੇਸ਼ ਗਏ। ਉੱਥੇ ਜਾ ਕੇ ਉਹਨਾਂ ਨੇ ਜੋ ਵੇਖਿਆ ਆਜ਼ਾਦ ਕਰਾਉਣ ਲਈ ਆਏ। ਮੈਂ ਛੋਟੀ ਗੱਲ ਕਰਾਂਗੀ, ਉਹਦੇ ਵਿੱਚ ਬੀਬੀ ਗੁਲਾਬ ਕੌਰ ਦਾ ਨਾਂ ਉੱਭਰ ਕੇ ਆਉਂਦਾ, ਜਿਹੜੀ ਆਪਣੇ ਪਤੀ ਨੂੰ ਛੱਡ ਕੇ ਨਾ ਉਹ ਪੇਕੇ ਗਈ, ਜਦੋਂ ਵਾਪਸ ਆਈ ਨਾ ਉਹ ਸਹੁਰੇ ਗਈ। ਉਹ ਆਪਣੇ ਗਦਰੀ ਸਾਥੀ ਦੇ ਨਾਲ ਜਾ ਕੇ ਸਾਰੀ ਉਮਰ ਅਖੀਰਲੇ ਟਾਈਮ ਤੱਕ ਰਹੀ ਹੈ। ਉਹਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਲਹਿਰ ਦੇ ਵਿੱਚ ਮੈਂ ਥੋੜ੍ਹਾ ਜਿਹਾ ਕੰਮ ਕੀਤਾ। ਅਣਗਿਣਤ ਅਜਿਹੀਆਂ ਔਰਤਾਂ ਨੇ ਜਿਨ੍ਹਾਂ ਦਾ ਕਦੇ ਇਤਿਹਾਸ 'ਚ ਜ਼ਿਕਰ ਨਹੀਂ ਆਉਂਦਾ। ਇਤਿਹਾਸ ਦੇ ਪੰਨੇ ਅਜੇ ਕੋਰੇ ਪਏ ਆ, ਪਰ ਉਹਨਾਂ ਦੀ ਬਹੁਤ ਜ਼ਿਆਦਾ ਦੇਣ ਆ। ਇਸੇ ਤਰ੍ਹਾਂ ਜਦੋਂ ਅਸੀਂ ਅੱਗੇ ਆਉਂਦੇ ਹਾਂ ਤੇ ਫਿਰ ਤਾਂ ਸਾਡੀਆਂ ਜਿਹੜੀਆਂ ਕਿਸਾਨੀ ਦੀਆਂ ਨਾਂ ਹੇਠ ਲਹਿਰਾਂ ਚੱਲ ਪੈਂਦੀਆਂ ਨੇ। ਜਿੱਦਾਂ ਮੈਂ ਕਿਹਾ ਪਗੜੀ ਸੰਭਾਲ ਜੱਟਾ, ਇਹ ਨਰੋਲ ਕਿਸਾਨੀ ਲਹਿਰ ਸੀ। 1927 ਦੇ ਵਿੱਚ ਅੰਗਰੇਜ਼ੀ ਹਕੂਮਤ ਸੀ ਉਦੋਂ ਪੰਜਾਬ ਦੇ ਵਿੱਚ ਕੁਠਾਲਾ ਪਿੰਡ ਆ, ਕੁਠਾਲੇ ਪਿੰਡ ਦੇ ਵਿੱਚ ਹੋਈ ਆ ਕਿਸਾਨਾਂ ਦੀ ਜਿਹੜੀ ਝੜਪ ਉਹ ਸਰਕਾਰ ਦੇ ਨਾਲ, ਤੇ ਪੁਲਿਸ ਨੇ ਗੋਲੀ ਚਲਾਈ ਆ। ਉਸ ਗੋਲੀ ਦੇ ਵਿੱਚ ਸਭ ਤੋਂ ਛੋਟੀ ਉਮਰ ਦੀ ਮੈਂ ਕਹਿੰਦੀ ਮਟਿਆਰ ਬੀਬੀ ਕਾਕੋ
ਸ਼ਹੀਦ ਹੋਈ ਸੀ। ਇਹ ਇਕੱਲਾ ਇਹ ਨਹੀਂ ਕਿ ਉੱਥੇ ਸੀ, ਇਸੇ ਤਰ੍ਹਾਂ ਫਿਰੋਜ਼ਪੁਰ ਦੀ ਜ਼ਿਲ੍ਹੇ ਦੇ ਵਿੱਚ 7 ਪਿੰਡ ਆਉਂਦੇ ਸੀ। 7 ਪਿੰਡਾਂ ਦੇ ਵਿੱਚ ਕੀ ਸੀ, ਨਾ ਕੋਈ ਸੜਕਾਂ ਸੀ, ਨਾ ਕੋਈ ਦੁਕਾਨਾਂ ਸੀ, ਨਾ ਕੋਈ ਸਿਹਤ ਸਹੂਲਤ ਸੀ, ਤੇ ਉਲਟਾ ਕੀ ਸੀ, ਉਹਨਾਂ ਤੋਂ ਟੈਕਸ ਅੰਗਰੇਜ਼ੀ ਜਿਹੜਾ ਇਲਾਕਾ ਸੀ ਉਹਦੇ ਬਰਾਬਰ ਲਿਆ ਜਾਂਦਾ ਸੀ। ਜਿੱਥੇ ਬਹੁਤ ਸਹੂਲਤਾਂ ਸੀ 6 ਗੁਣਾ ਟੈਕਸ ਵੱਧ ਵਸੂਲਿਆ ਜਾਂਦਾ ਸੀ। ਉਹਨਾਂ ਨੇ ਟੈਕਸ ਘੱਟ ਕਰਾਉਣ ਲਈ ਸਰਕਾਰ ਦੇ ਅੱਗੇ ਮੰਗ ਰੱਖੀ, ਕੋਈ ਸੁਣਵਾਈ ਨਾ ਹੋਈ। ਤੇ ਜਦੋਂ ਕਿਸਾਨਾਂ ਨੇ ਇੱਕ ਜਿਹੜੀ ਸੀ ਨਾ ਕਿਸਾਨ ਲੀਗ ਨਾਂ ਦੀ ਜਥੇਬੰਦੀ ਬਣਾ ਲਈ, ਜਥੇਬੰਦੀ ਬਣਾ ਕੇ ਉਹਨਾਂ ਨੇ ਅੰਦੋਲਨ ਕੀਤਾ ਤੇ ਅੰਦੋਲਨ 'ਚ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ। ਫਿਰ ਜਦੋਂ ਔਰਤਾਂ ਘਰਾਂ 'ਚ ਬੈਠੀਆਂ ਸੀ ਉਹ ਨਿਕਲੀਆਂ, ਉਹਨਾਂ ਜਥੇ ਲੈ ਕੇ ਗਈਆਂ, ਉਹਨਾਂ ਦੇ ਉੱਤੇ ਪੁਲਿਸ ਨੇ ਲਾਠੀ ਚਾਰਜ ਕੀਤਾ। ਪਰ ਇਸ ਲਾਠੀ ਚਾਰਜ ਦਾ ਭਾਵੇਂ ਔਰਤਾਂ 'ਤੇ ਅਤਿਆਚਾਰ ਹੋਇਆ, ਪਰ ਪੁਲਿਸ ਇੰਨਾ ਡਰ ਗਈ, ਪ੍ਰਸ਼ਾਸਨ ਇੰਨਾ ਘਬਰਾ ਗਿਆ ਕਿ ਉਹਨਾਂ ਨੇ ਜਿਹੜੇ ਮਰਦ ਗ੍ਰਿਫਤਾਰ ਕੀਤੇ ਸੀ ਉਹਨਾਂ ਨੂੰ ਰਿਹਾ ਕਰ ਦਿੱਤਾ, ਉਹਨਾਂ ਨੂੰ ਘਰਾਂ ਨੂੰ ਵਾਪਸ ਭੇਜ ਦਿੱਤਾ। ਇਹ ਔਰਤਾਂ ਦੀ ਜਿੱਤ ਹੈ, ਉਹਨਾਂ ਦੀ ਸ਼ਕਤੀ ਹੈ ਕਿ ਔਰਤਾਂ ਨੇ ਕੋਈ ਕੰਮ ਕਰਕੇ ਦਿਖਾਇਆ ਹੈ। ਸੋ ਕਹਿਣ ਦਾ ਭਾਵ ਕਿ ਇਤਿਹਾਸ ਦੇ ਵਿੱਚ ਵੀ ਔਰਤਾਂ ਉਨੀਆਂ ਹੀ ਐਕਟਿਵ ਰਹੀਆਂ ਨੇ ਜਿਹੜੀਆਂ ਕਿ ਹੁਣ ਇਸ ਵੇਲੇ ਵੀ ਸਾਨੂੰ ਸਿੰਘੂ ਤੇ ਟਿਕਰੀ ਪਾਊਡਰ ਦੇ ਵਿੱਚ ਔਰਤਾਂ ਦਾ ਜਿਹੜਾ ਰੋਲ ਸਾਨੂੰ ਦਿਖਾਈ ਦੇ ਰਿਹਾ। ਸੋ ਇਤਿਹਾਸ 'ਚ ਵੀ ਇਸੇ ਤੇ ਲਗਾਤਾਰ ਜਿਹੜਾ ਔਰਤਾਂ ਨੇ ਉਹਨਾਂ ਨੇ ਪੂਰਾ ਆਪਣਾ ਯੋਗਦਾਨ ਦਿੱਤਾ। ਬਿਲਕੁਲ ਜੀ। ਇਹ ਤੇ ਦੇਖੋ ਸੀ ਮੈਂ ਦੋ ਗੱਲਾਂ ਹੋਰ ਇਹਦੇ 'ਚ ਜੋੜਨੀਆਂ ਚਾਹੁੰਦੀ ਹਾਂ। ਮੁੱਢ ਕਦੀਮ ਤੋਂ ਹੀ ਬੰਗਾਲ ਦਾ ਤੇ ਪੰਜਾਬ ਦਾ ਬੜਾ ਨੇੜੇ ਦਾ ਰਿਸ਼ਤਾ ਰਿਹਾ, ਤੇ ਉਸ ਨੇੜੇ ਦੇ ਰਿਸ਼ਤੇ ਦੇ ਵਿੱਚ ਕੀ ਆ ਕਿ ਜਿੱਥੇ ਪੰਜਾਬ ਦੇ ਵਿੱਚ ਅੰਦੋਲਨ ਚੱਲੇ ਆ, ਉੱਥੇ ਬੰਗਾਲ 'ਚ ਵੀ ਤੇ ਭਾਗਾ ਅੰਦੋਲਨ ਚੱਲਿਆ। ਉੱਥੇ ਕਬੀਲਾ ਸੀ ਹਜ਼ੌਂਗ ਕਬੀਲਾ, ਉਹਦੀ ਰਸ਼ਮੋਨੀ ਹਜ਼ੌਂਗ ਉਦੋਂ ਜਿਹੜੀ ਸੀ ਉਹ ਸ਼ਹੀਦ ਹੋ ਗਈ ਸੀ। ਤੇ ਪੰਜਾਬ ਦੇ ਵਿੱਚ ਤੇ ਜਿਹੜੇ 2-3 ਅੰਦੋਲਨ ਆ, ਮੈਂ ਉਹਨਾਂ ਦਾ ਜੇ ਤੁਹਾਡੇ ਕੋਲ ਵਕਤ ਹੋਵੇ ਤਾਂ ਜ਼ਿਕਰ ਕਰਨਾ ਚਾਹਾਂਗੀ। ਜੀ ਬਿਲਕੁਲ। ਇੱਥੇ ਖੁਸ਼ਹਸੀਤੀ ਟੈਕਸ ਮੋਰਚਾ ਲੱਗਾ 1959 ਦੇ ਵਿੱਚ, ਜਨਵਰੀ 'ਚ ਸ਼ੁਰੂ ਹੋਇਆ। ਮਾਰਚ ਦੇ ਵਿੱਚ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਆ ਐਤੀਆਣੇ ਦੇ ਵਿੱਚ ਜਿਹੜਾ ਪੁਲਿਸ ਨੇ ਅਤਿਆਚਾਰ ਕੀਤਾ ਨਾ, ਉਹ ਬਹੁਤ ਹੀ ਜ਼ਿਆਦਾ, ਕੀ ਮੈਂ ਕਹਾਂ ਵੀ ਉਹ ਬਿਆਨ ਕਰਨ ਦੇ ਯੋਗ ਨਹੀਂ। ਆਦਮੀਆਂ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਆਦਮੀ ਗ੍ਰਿਫਤਾਰ ਕਰਕੇ ਥਾਣੇ ਬੰਦ ਹੋ ਗਏ ਨਾ, ਤੇ ਪਿੱਛੋਂ ਜਿਹੜਾ ਸੀ ਮਾਲ ਮਹਿਕਮਾ, ਉਹਦੇ ਅਫਸਰ ਆਪਣੀ ਪੁਲਿਸ ਨੂੰ ਲੈ ਕੇ ਪਿੰਡ 'ਚ ਚਲੇ ਜਾਂਦੇ ਆ। ਘਰਾਂ 'ਚ ਔਰਤਾਂ ਇਕੱਲੀਆਂ ਨੇ, ਔਰ ਜਾਂਦੇ ਵੀ ਕਿੱਥੇ ਆ, ਜਿੱਥੇ ਮਜ਼ਦੂਰ ਲੋਕਾਂ ਦੀ ਬਸਤੀ ਆ। ਮਜ਼ਦੂਰ ਵੀ ਕਿਸਾਨ ਆ। ਅੱਛਾ, ਉਹਨਾਂ ਦੀ ਬਸਤੀਆਂ 'ਤੇ ਜਾ ਕੇ ਉਹਨਾਂ ਦੇ ਘਰਾਂ ਦੀ ਕੁਰਕੀ ਕਰਦੇ ਆ, ਉਹਨਾਂ 'ਤੇ ਜ਼ੁਲਮ ਕਰਦੇ ਆ, ਉਹਨਾਂ ਨੂੰ ਟੈਕਸ ਦੇਣ ਲਈ ਕਹਿੰਦੇ, ਉਹਨਾਂ ਕੋਲ ਪੈਸੇ ਨਹੀਂ, ਤੇ ਪੁਲਿਸ ਜਿਹੜੀ ਆ ਗੋਲੀ ਚਲਾ ਦਿੰਦੀ ਆ। ਜਦੋਂ ਗੋਲੀ ਚਲਾਉਂਦੀ ਆ ਨਾ, ਤੇ ਉੱਥੇ ਮਾਤਾ ਜਿਹੜੀ ਹੈ ਨਾ ਉਹ ਸ਼ਹੀਦ ਹੋ ਜਾਂਦੀ ਹੈ। ਉਸੇ ਮਾਤਾ ਦੀ ਜਿਹੜੀ ਨੂੰਹ ਆ, ਉਹ ਬੀਬੀ ਬਚਨੀ, ਉਹ ਵੀ ਸ਼ਹੀਦ ਉਹਦੇ ਸੱਟਾਂ ਇੰਨੀਆਂ ਲੱਗ ਜਾਂਦੀਆਂ, ਜ਼ਖਮੀ ਹੋ ਜਾਂਦੀ ਹੈ, ਉਹ ਵੀ ਸ਼ਹੀਦ ਹੋ ਜਾਂਦੀ ਹੈ। ਨਰੂੜ 5 'ਤੇ ਗੋਲੀ ਚੱਲਦੀ ਹੈ ਇਸੇ ਅੰਦੋਲਨ 'ਚ, ਉਹ ਵੀ ਬੀਬੀ ਸ਼ਹੀਦ ਹੋ ਜਾਂਦੀ ਹੈ। ਇਸ ਅੰਦੋਲਨ 'ਚ ਮੈਂ ਇੱਕ ਗੱਲ ਹੋਰ ਕਹਾਂਗੀ ਕਿ ਸੰਗਰੂਰ ਜ਼ਿਲ੍ਹੇ 'ਚ ਬੀਬੀ ਹਰਨਾਮ ਕੌਰ ਭੱਠਲ, ਦਲਜੀਤ ਕੌਰ ਭੱਠਲ ਉਸੇ ਪਿੰਡ ਦੀ, ਤੇ ਬਹੁਤ ਔਰਤਾਂ ਨੇ, ਮੈਂ ਜਿਨ੍ਹਾਂ ਦੇ ਨਾਵਾਂ ਦੇ ਜ਼ਿਕਰ ਕਰ ਸਕਦੀ ਹਾਂ, ਜਿਨ੍ਹਾਂ ਨੇ ਉੱਥੇ ਗਏ ਨੇ, ਆਪਣੇ ਬੱਚਿਆਂ ਸਮੇਤ ਜੇਲ੍ਹਾਂ 'ਚ ਗਏ ਆ। ਬੀਬੀ ਹਰਕਿਸ਼ਨ ਕੌਰ ਇਸ ਮੋਰਚੇ 'ਚ ਜਿਹੜੀ ਆ ਉਹ ਜੇਲ੍ਹ 'ਚ ਸ਼ਹੀਦ ਵੀ ਹੋਈ ਆ। ਇਹ ਬਹੁਤ ਹੀ ਜਾਣੀ ਸਾਡੇ ਵਾਸਤੇ ਦਿਲ ਹਿਲਾਉਣ ਵਾਲੀ ਗੱਲ ਆ ਕਿ ਔਰਤਾਂ ਸ਼ੁਰੂ ਤੋਂ ਅੰਦੋਲਨਾਂ ਵਿੱਚ ਸਰਗਰਮ ਰਹੀਆਂ ਨੇ। ਇੱਕ ਜਿਵੇਂ ਕਿ ਪੰਜਾਬ ਹੈ, ਉਹ ਹੈ ਹੀ ਖੇਤੀਬਾੜੀ ਦਾ ਸੂਬਾ ਹੈ ਨਾ, ਤੇ ਹੁਣ ਜਿਹੜਾ ਅੰਦੋਲਨ ਚੱਲ ਰਿਹਾ ਪੰਜਾਬ ਦੇ ਵਿੱਚ ਬੜੇ ਵੱਡੇ ਲੈਵਲ 'ਤੇ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਹੀ ਕਦੀ ਕੋਈ ਹੋਰ ਅੰਦੋਲਨ ਵੀ ਹੋਇਆ? ਬਿਲਕੁਲ ਜੀ। ਸਾਡਾ ਲਾਹੌਰ ਕਿਸਾਨ ਮੋਰਚਾ 1939 ਦਾ ਬਹੁਤ ਹੀ ਇੰਪੋਰਟੈਂਟ ਮੋਰਚਾ ਹੈ। ਇਹ ਮੋਰਚਾ ਜਿਹੜਾ ਸੀ ਗਦਰੀ ਬਾਬਿਆਂ ਨੇ ਸ਼ੁਰੂ ਕੀਤਾ ਸੀ, ਕਿਸਾਨ ਮੋਰਚਾ। ਇਹ ਜਥੇ ਚੱਲੇ, ਇੱਕ ਅੰਮ੍ਰਿਤਸਰ ਤੋਂ ਚੱਲਿਆ, ਇੱਕ ਇੱਧਰੋਂ ਗੁਰਦਾਸਪੁਰੋਂ ਜਾਂ ਦੂਜੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੱਲੇ। ਇੱਥੇ ਜਿਹੜਾ ਅੰਮ੍ਰਿਤਸਰ ਤੋਂ ਚੱਲਿਆ ਨਾ, ਉਹਦੇ ਵਿੱਚ ਬਹੁਤ ਮਹਾਨ ਸਾਡੇ ਦੇਸ਼ ਭਗਤਾਂ ਨੇ ਅਗਵਾਈ ਕੀਤੀ ਹੈ। ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਇਹਦੀ ਅਗਵਾਈ ਕਰ ਰਹੇ ਸੀ, ਔਰ ਇਹ ਮੋਰਚਾ ਚੱਲਿਆ ਲਾਹੌਰ ਵਾਸਤੇ, ਕਿਉਂਕਿ ਉਦੋਂ ਤਾਂ ਬਹੁਤਾ ਲੰਬਾ ਵੀ ਨਹੀਂ ਸੀ, ਕਿਸਾਨ ਤੁਰ ਕੇ ਚਲੇ ਜਾਂਦੇ ਸੀ। ਇਸੇ ਤਰ੍ਹਾਂ ਇੱਕ ਜਥਾ ਔਰਤਾਂ ਦਾ ਵੀ ਉਹਦੇ ਵਿੱਚ ਸ਼ਾਮਲ ਹੋਇਆ। ਉਸ ਜਥੇ ਦੇ ਵਿੱਚ
ਬੀਬੀ ਜਿਹੜੀ ਸੀ ਨਾ ਉਹ ਈਸ਼ਰ ਕੌਰ, ਬੀਬੀ ਈਸ਼ਰ ਕੌਰ, ਪਿੰਡ ਪੰਗਾਲੀ ਨਹੀਂ ਪਿੰਡ ਗੰਭੋਵਾਲ, ਜ਼ਿਲ੍ਹਾ ਹੁਸ਼ਿਆਰਪੁਰ, ਉਹ ਜਥਾ ਲੈ ਕੇ ਜਾਂਦੀ ਹੈ। ਉਸ ਬੀਬੀ ਦਾ ਪਤੀ ਪਹਿਲਾਂ ਹੀ ਕੈਦ ਆ, ਨਾਲ ਹੀ ਹੈ ਜਥੇ ਦੇ ਵਿੱਚ। ਪਹਿਲਾਂ ਗੁਰਦਾਸਪੁਰ ਸਾਜ਼ਿਸ਼ ਕੇਸ ਅੰਦਰ ਹੋ ਗਿਆ ਸੀ, ਪਰ ਫਿਰ ਜਦੋਂ ਉਹਨੂੰ ਛੱਡਿਆ ਉਹ ਇਸ ਮੋਰਚੇ 'ਚ ਨਾਲ ਆਇਆ। ਉਸ ਬੀਬੀ ਦੀ ਕੁੱਛੜ ਜਾਂ ਕੋਲ 1 ਸਾਲ ਦਾ ਤੋਂ ਘੱਟ ਉਮਰ ਦਾ ਬੱਚਾ ਹੈ, ਲੜਕਾ, ਗੁਰਮੀਤ ਉਹਦਾ ਨਾਂ ਹੈ। ਉਹਦੀ ਧੀ ਆ 10 ਸਾਲ ਦੀ, ਵਿਦਿਆ। ਉਹ ਆਪਣੀ ਧੀ ਨੂੰ ਤੇ ਪੁੱਤਰ ਨੂੰ ਲੈ ਕੇ ਕਿਸਾਨ ਮੋਰਚੇ 'ਚ ਸ਼ਾਮਲ ਹੋਈ ਆ, ਅਗਵਾਈ ਕਰ ਰਹੀ ਆ। ਜਦੋਂ ਬ੍ਰੈਡਲੇ ਹਾਲ ਤੋਂ ਔਰਤਾਂ ਦਾ ਜਥਾ ਚੱਲਿਆ, ਉੱਥੇ ਅਸੈਂਬਲੀ ਹਾਲ ਨੂੰ ਮਾਰਚ ਕੀਤਾ, ਤੇ ਉਸ ਸਮੇਂ ਕੀ ਹੁੰਦਾ, ਪੁਲਿਸ ਨੇ ਬਹੁਤ ਤਸ਼ੱਦਦ ਕੀਤਾ। ਜਦੋਂ ਤਸ਼ੱਦਦ ਕੀਤਾ ਤੇ ਬੀਬੀ ਦੇ ਈਸ਼ਰ ਕੌਰ ਦੇ ਬਹੁਤ ਸੱਟਾਂ ਲੱਗੀਆਂ, ਉਹਦੀ ਛਾਤੀ 'ਚ ਸੱਟਾਂ ਲੱਗੀਆਂ। ਬੀਬੀ ਹਰਕਿਸ਼ਨ ਕੌਰ ਜਿਹੜੀ ਸੀ ਉਹ ਨਾਲ ਸੀ, ਹੋਰ ਬਹੁਤ ਬੀਬੀਆਂ ਉਹਦੇ ਵਿੱਚ ਔਰਤਾਂ ਸੀ ਜਿਨ੍ਹਾਂ ਨੂੰ ਬਹੁਤ ਜ਼ਿਆਦੀਆਂ ਸੱਟਾਂ ਲੱਗੀਆਂ। ਬਾਅਦ 'ਚ ਇਹਨਾਂ ਨੂੰ ਜ਼ਖਮੀ ਹੋਈਆਂ ਨੂੰ ਕੈਦ ਕਰ ਲਿਆ ਗਿਆ, ਜੇਲ੍ਹ 'ਚ ਸੁੱਟ ਦਿੱਤਾ ਗਿਆ। ਜਦੋਂ ਬੀਬੀ ਜੇਲ੍ਹ 'ਚੋਂ ਰਿਹਾ ਹੋਈ ਆ, ਰਿਹਾ ਹੋਣ ਤੋਂ ਬਾਅਦ ਇਹਦੇ ਜ਼ਖਮ ਇੰਨੇ ਜ਼ਿਆਦਾ ਸੀ, ਜ਼ਖਮਾਂ ਦੀ ਤਾਬ ਨਾ ਸਹਿੰਦੀ ਹੋਈ ਬੀਬੀ ਸ਼ਹੀਦ ਹੋ ਗਈ। ਬੀਬੀ ਤਾਂ ਬਾਅਦ 'ਚ ਸ਼ਹੀਦ ਹੋਈ ਆ। ਜਿਹੜਾ ਇਹਨੂੰ ਵੱਡਾ ਸਾਲ ਲੱਗਾ ਬੀਬੀ ਜੇਲ੍ਹ 'ਚ, ਇਹਦਾ ਪੁੱਤਰ ਬਿਮਾਰ ਹੋ ਜਾਂਦਾ, ਜਿਹੜਾ ਸਾਲ ਦੀ ਉਮਰ ਦਾ ਲੜਕਾ ਹੈ। ਉਹਨੂੰ ਇਲਾਜ ਦੀ ਘਾਟ ਹੁੰਦੀ ਆ, ਇਲਾਜ ਦੀ ਘਾਟ ਕਾਰਨ ਪੁੱਤਰ ਜੇਲ੍ਹ 'ਚ ਸ਼ਹੀਦ ਹੋ ਜਾਂਦਾ। ਜਦੋਂ ਜਾਂਦੀ ਆ ਇੱਕ ਵੱਡੇ ਪਰਿਵਾਰ ਨਾਲ ਜਾਂਦੀ ਆ, ਜਦੋਂ ਮੁੜਦੀ ਆ ਆਪਣਾ ਇੱਕੋ ਬੇਟਾ ਉਹ ਗਵਾ ਕੇ ਆ ਜਾਂਦੀ ਆ, ਪਰ ਹੌਸਲਾ ਨਹੀਂ ਛੱਡਿਆ। ਸੋ ਕਹਿਣ ਦਾ ਭਾਵ ਕਿ ਸਿਰਫ ਔਰਤਾਂ ਦੇ ਲਈ ਬੜਾ ਮੁਸ਼ਕਿਲ ਹੋ ਜਾਂਦਾ ਜਦੋਂ ਇਹਨਾਂ ਅੰਦੋਲਨਾਂ ਦੇ ਵਿੱਚ ਆਪਣੀ ਸ਼ਮੂਲੀਅਤ ਕਰਦੀਆਂ ਨੇ, ਕਿਉਂਕਿ ਉਹਨਾਂ ਦੇ ਨਾਲ ਉਹਨਾਂ ਦੇ ਬੱਚੇ ਵੀ ਹੁੰਦੇ ਨੇ ਜਿਹੜੇ ਕਿ ਨਾਲ ਹੀ ਪੂਰਾ ਮਾਂ ਦੇ ਨਾਲ ਆਪਣਾ ਸੰਤਾਪ ਭੋਗਦੇ ਨੇ। ਅੱਛਾ, ਜਿਹੜਾ ਹੁਣ ਕਿਸਾਨੀ ਅੰਦੋਲਨ ਚੱਲ ਰਿਹਾ, ਇੱਕ ਸਾਡੇ ਨਾ ਲੋਕਾਂ ਦੀ ਇੱਕ ਬੜੀ ਮਾਨਸਿਕਤਾ ਹੁੰਦੀ ਹੈ ਕਿ ਕਿਸਾਨ ਨੇ, ਪੰਜਾਬ ਹੈ ਤਾਂ ਸਿਰਫ ਇਹਦੇ ਵਿੱਚ ਸਿੱਖ ਹੀ ਜਿਹੜੇ ਨੇ ਉਹੀ ਇਹਦੇ ਵਿੱਚ ਸ਼ਮੂਲੀਅਤ ਨੇ, ਯਾਨੀ ਕਿ ਇਹੀ ਇੱਕ ਮਾਨਸਿਕਤਾ ਬਣੀ ਹੁੰਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਕਿਸਾਨੀ ਅੰਦੋਲਨ ਹੈ ਉਹਦੇ ਵਿੱਚ ਸਿੱਖ ਤੋਂ ਇਲਾਵਾ ਹੋਰ ਵੀ ਧਰਮਾਂ ਦੇ ਲੋਕ ਨਾਲ ਹੁੰਦੇ ਨੇ ਜੁੜੇ? ਦੇਖੋ, ਇਹ ਤਾਂ ਇੱਕ ਨਾ ਗਲਤ ਫਹਿਮੀ ਆ। ਪੰਜਾਬ ਠੀਕ ਆ, ਖੇਤੀ ਪ੍ਰਧਾਨ ਸੂਬਾ, ਇੱਥੇ ਜਿਹੜੀ ਬਹੁਤ ਗਿਣਤੀ ਆ ਉਹ ਸਿੱਖਾਂ ਦੀ ਆ, ਤਾਂ ਖੇਤੀ ਕਰਦੇ ਆ। ਪਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਿੱਖ ਹੋਣਾ ਹੀ ਜ਼ਰੂਰੀ ਆ ਖੇਤੀ ਕਰਨ ਵਾਸਤੇ। ਜਿਹੜੇ ਗੈਰ ਸਿੱਖ ਆ ਉਹ ਵੀ ਖੇਤੀ ਕਰਦੇ ਆ। ਇੱਥੇ ਤੇ ਹੁਣ ਤੁਸੀਂ ਆ ਜਿਹੜਾ ਮੋਰਚਾ, ਇਹਨੇ ਸਾਨੂੰ ਇਹੋ ਹੀ ਸੁਨੇਹਾ ਦਿੱਤਾ, ਸਾਂਝੀਵਾਲਤਾ ਦਾ ਸੁਨੇਹਾ ਦਿੱਤਾ। ਇੱਥੇ ਮਰਦ, ਔਰਤਾਂ, ਹਿੰਦੂ, ਮੁਸਲਮਾਨ, ਸਾਰਾ ਭਾਈਚਾਰਾ ਸ਼ਾਮਲ ਆ। ਹੁਣ ਜਦੋਂ ਅਸੀਂ ਬਾਕੀ ਇਤਿਹਾਸ ਪੜ੍ਹਦੇ ਹਾਂ ਨਾ, ਚਾਹੇ ਉਹ ਹਿੰਦੂ ਆ ਚਾਹੇ ਉਹ ਮੁਸਲਮਾਨ ਆ, ਇੱਥੇ ਵੱਖ-ਵੱਖ ਜਾਤਾਂ ਗੋਤ ਹੁੰਦੇ ਆ, ਇਹਨਾਂ ਦੇ ਵਿੱਚ ਕਿਸਾਨ ਕੈਟੇਗਰੀ ਹੁੰਦੀ ਆ। ਪੰਜਾਬ ਨੂੰ ਛੱਡ ਕੇ ਤੁਸੀਂ ਕਿਸੇ ਵੀ ਸਟੇਟ 'ਚ ਚਲ ਜਾਓ ਤੇ ਉੱਥੇ ਤੁਹਾਨੂੰ ਸਿੱਖ ਬਰਾਦਰੀ ਨਹੀਂ ਮਿਲਦੀ, ਪਰ ਉਹ ਕਿਸਾਨ ਨੇ। ਮੈਂ ਬੰਗਾਲ ਦੀ ਗੱਲ ਕਰ ਰਹੀ ਸੀ, ਬੰਗਾਲ 'ਚ ਸਭ ਤੋਂ ਪਹਿਲਾਂ ਕਿਸਾਨੀ ਅੰਦੋਲਨ ਹੋਇਆ ਤੇ ਉਹ ਕਿਤੇ ਸਿੱਖ ਨੇ। ਜ਼ਰੂਰੀ ਨਹੀਂ ਹੁੰਦਾ ਵੀ ਉਹ ਸਿੱਖ ਹੋਵੇ, ਪਰ ਇਹ ਜਿਹੜਾ ਅੰਦੋਲਨ ਆ, ਇਹ ਤੇ ਇਸ ਅੰਦੋਲਨ 'ਚ ਹਰ ਵਰਗ ਸ਼ਾਮਲ ਆ, ਹਰ ਧਰਮ ਸ਼ਾਮਲ ਆ। ਔਰ ਵੱਡੀ ਇੱਥੇ ਜਿਹੜੀ ਇਸ ਅੰਦੋਲਨ ਦੀ ਖਾਸੀਅਤ ਆ, ਇਹਦੇ ਵਿੱਚ ਲੰਗਰ ਤੇ ਜਿਹੜੀ ਪੰਗਤ ਉਹ ਸਾਂਝੀਵਾਲ ਚੱਲਦੀ ਆ, ਕਿਉਂਕਿ ਸਾਂਝੇ ਲੰਗਰ ਬਣਦੇ ਆ ਤੇ ਸਾਂਝੇ ਲੋਕ ਛਕਦੇ ਆ, ਇਕੱਠੇ ਰਹਿ ਰਹੇ ਆ, ਕੋਈ ਫਰਕ ਹੀ ਨਹੀਂ, ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਦੇ ਆ। ਇਹ ਤਾਂ ਬਹੁਤ ਮਤਲਬ ਕਹਿਣਾ ਹੀ ਨਹੀਂ ਚਾਹੀਦਾ ਕਿ ਇਹ ਕਿਸਾਨਾਂ ਦਾ ਅੰਦੋਲਨ ਆ। ਇੱਥੇ ਤੱਕ ਸਾਰੇ ਇਕੱਠੇ ਲਹੂ ਡੋਲ ਰਹੇ ਆ, ਚਾਹੇ ਮਜ਼ਦੂਰ ਆ, ਚਾਹੇ ਕਿਸਾਨ ਆ, ਚਾਹੇ ਹਿੰਦੂ ਆ, ਚਾਹੇ ਮੁਸਲਮਾਨ ਆ, ਚਾਹੇ ਸਿੱਖ ਆ। ਸੋ ਜਿਹੜਾ ਹੁਣ ਇਸ ਵੇਲੇ ਦਿੱਲੀ ਦੇ ਸਰਹੱਦਾਂ ਦੇ ਉੱਤੇ ਕਿਸਾਨੀ ਅੰਦੋਲਨ ਹੈ, ਤੁਸੀਂ ਉੱਥੇ ਗਏ ਹੋ? ਬਿਲਕੁਲ ਜੀ, ਮੈਂ ਗਈ ਹਾਂ। ਤੇ ਤੁਹਾਨੂੰ ਉੱਥੇ ਕੀ ਇਹੋ ਜਿਹਾ ਵੱਖਰੇਵਾ ਲੱਗਾ? ਕੁਛ ਵੱਖਰੇਵਾ ਤਾਂ ਮੈਨੂੰ ਜਿਹੜਾ ਨਾ ਬਾਅਦ ਵਿੱਚ ਗੱਲ ਕਰਦੇ ਹਾਂ, ਜੋ ਮੈਨੂੰ ਚੰਗਾ ਲੱਗਾ ਨਾ, ਉੱਥੇ ਜਾ ਕੇ ਮੈਨੂੰ ਲੱਗਾ ਵੀ ਦਿੱਲੀ ਦੇ ਬਾਰਡਰਾਂ ਦੇ ਉੱਤੇ ਪੂਰਾ ਪੰਜਾਬ ਵਸਿਆ ਪਿਆ। ਮੈਂ ਪੰਜਾਬ ਤੋਂ ਵੀ ਅੱਗੇ ਜਾਵਾਂ ਤਾਂ ਉੱਥੇ ਕੈਲੀਫੋਰਨੀਆ ਤੋਂ ਡਾਕਟਰ ਸਵੈਮਾਨ ਸਿੰਘ ਆਇਆ, ਉਹ ਕੈਲੀਫੋਰਨੀਆ ਪਿੰਡ ਬਣਾਈ ਬੈਠਾ, ਉੱਥੇ ਨਗਰ ਵਸੇ ਆ। ਉੱਥੇ ਜਿਹੜੀ ਇਸ ਅੰਦੋਲਨ ਦੀ ਵੱਖਰਤਾ ਉਹ ਇਹ ਆ ਕਿ ਕਦੇ ਕਿਸੇ ਅੰਦੋਲਨ 'ਚ ਇਸ ਤਰ੍ਹਾਂ ਨਹੀਂ ਹੋਇਆ ਕਿ ਲੋਕ ਆਪਣੇ ਝੁੱਗੀਆਂ ਝੌਂਪੜੀਆਂ ਵਰਗੇ ਘਰ ਬਣਾ ਕੇ ਬਹਿ ਜਾਣ। ਮੈਂ ਤਾਂ ਉਹਨਾਂ ਨੂੰ ਘਰ ਕਹੂੰਗੀ, ਉਹ ਆਪਣੇ ਮਕਾਨ ਬਣਾ ਕੇ ਜਿਸ ਤਰ੍ਹਾਂ ਬੈਠੇ ਆ, ਮੁਸ਼ਕਿਲਾਂ ਤਾਂ ਉਹਨਾਂ ਨੂੰ ਆ ਰਹੀਆਂ, ਪਰ ਇਹ ਵੱਖਰਤਾ ਹੈ ਕਿ ਉਹਨਾਂ ਨੂੰ ਤਾਂ ਪੱਕੇ ਡੇਰੇ ਲਾ ਲਏ। ਜਿੰਨਾ ਚਿਰ ਅਸੀਂ ਜਿੱਤਦੇ ਨਹੀਂ ਅਸੀਂ ਉਹਨਾਂ ਚਿਰ ਜਾਣਾ ਹੀ ਨਹੀਂ। ਅਤੇ ਉੱਥੇ ਸਾਂਝਾ ਲੰਗਰ ਬਣਦਾ, ਸਾਰੇ ਛਕਦੇ ਆ। ਇੱਕ ਮੈਨੂੰ ਜਿਹੜੀ ਉੱਥੇ ਵੱਖਰਤਾ ਚੰਗੀ ਗੱਲ ਲੱਗੀ ਆ ਨਾ, ਉਹ ਇਹ ਆ ਕਿ ਇਸ ਅੰਦੋਲਨ ਨੇ ਇੱਕ ਨਵਾਂ ਸੱਭਿਆਚਾਰ ਸਿਰਜਿਆ। ਉਹ ਇਹ ਆ ਕਿ ਪਹਿਲੀ ਵਾਰ ਔਰਤਾਂ ਨੂੰ ਬਰਾਬਰੀ ਮਿਲੀ ਆ।
ਜਦੋਂ ਔਰਤਾਂ ਜਿਹੜੀਆਂ ਮਰਦਾਂ ਦੇ ਬਰਾਬਰ ਛੱਡ ਕੇ, ਮੈਂ ਕਹੂੰਗੀ ਇਹ ਅੰਦੋਲਨ ਤਾਂ ਇਸ ਵਾਰੀ ਔਰਤਾਂ ਦੇ ਸਿਰ ਤੇ ਹੀ ਚੱਲ ਰਿਹਾ। ਜਿਹੜਾ ਇਹ ਅੰਦੋਲਨ ਆ, ਇਹ 'ਚ ਬਹੁਤ ਔਰਤਾਂ ਦੀ ਸ਼ਮੂਲੀਅਤ ਆ। ਹੁਣ ਅੱਗੇ ਸੰਕਲਪ ਬਣਿਆ ਹੁੰਦਾ ਸੀ ਔਰਤ ਚਾਰ ਦੀਵਾਰੀ ਦੇ ਅੰਦਰ ਰਹਿੰਦੀ ਆ, ਇਹਦਾ ਕੰਮ ਭਾਂਡੇ ਮਾਂਜਣੇ, ਇਹਦਾ ਕੰਮ ਰੋਟੀ ਪਕਾਉਣਾ ਤੇ ਕੱਪੜੇ ਧੋਣਾ। ਪਰ ਇਸ ਸੰਘਰਸ਼ ਦੇ ਵਿੱਚ ਅਸੀਂ ਦੇਖਿਆ ਕਿ ਮਰਦ ਝਾੜੂ ਮਾਰ ਰਹੇ, ਮਰਦ ਰੋਟੀਆਂ ਪਕਾ ਰਹੇ ਆ, ਮਰਦ ਕੱਪੜੇ ਧੋ ਰਹੇ ਆ, ਮਤਲਬ ਸਾਰੇ ਕੰਮ ਉਹ ਕਰ ਰਹੇ ਆ। ਕੋਈ ਵਖਰੇਵਾਂ ਕੰਮਾਂ 'ਚ ਵੀ ਨਹੀਂ ਰਹਿ ਗਿਆ। ਬਰਾਬਰਤਾ ਜਿਹੜੀ ਹੈ ਨਾ, ਇੱਕ ਇਹੋ ਹੀ ਨਹੀਂ ਆਈ ਕਿ ਔਰਤਾਂ ਉੱਥੇ ਜਾ ਕੇ ਭਾਸ਼ਣ ਦੇ ਰਹੀਆਂ ਨੇ, ਔਰਤਾਂ ਉਹਨਾਂ ਦੇ ਨਾਲ ਬਰਾਬਰ ਮਾਰਚ ਕਰ ਰਹੀਆਂ ਨੇ, ਜਾਂ ਔਰਤਾਂ ਉੱਥੇ ਹਿੱਸਾ ਲੈ ਰਹੀਆਂ ਨੇ। ਸਾਰੇ ਪੱਖਾਂ ਤੋਂ ਸਮਾਨਤਾ ਇਸ ਅੰਦੋਲਨ 'ਚ ਆਈ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਵੀ ਇਹਦਾ ਕਿਸਾਨੀ ਅੰਦੋਲਨ ਦਾ ਕੋਈ ਨਤੀਜਾ ਨਿਕਲੇ ਨਾ ਨਿਕਲੇ, ਉਹ ਤਾਂ ਸਾਨੂੰ ਆਉਣ ਵਾਲਾ ਭਵਿੱਖ ਵੈਸੇ ਦੱਸੇਗਾ, ਪਰ ਇਹਦੇ ਵਿੱਚ ਜਿਹੜੀਆਂ ਇਸ ਵੇਲੇ ਔਰਤਾਂ ਨੂੰ ਪੂਰੀ ਸਮਾਨਤਾ ਮਿਲੀ ਹੋਈ ਹੈ, ਕੀ ਆਉਣ ਵਾਲੇ ਵਕਤ ਦੇ ਵਿੱਚ ਵੀ ਕੁੜੀਆਂ ਨੂੰ ਲੈ ਕੇ, ਔਰਤਾਂ ਨੂੰ ਲੈ ਕੇ ਜੋ ਸਾਡੇ ਲੋਕਾਂ ਦੀ ਇੱਕ ਮਾਨਸਿਕਤਾ ਹੁੰਦੀ, ਪਿਛੜੀ ਹੋਈ ਮਾਨਸਿਕਤਾ ਜਿਹਨੂੰ ਮੈਂ ਕਹਾਂਗੀ, ਉਹਦੇ 'ਚ ਚੇਂਜ ਆਏਗਾ? ਬਿਲਕੁਲ ਆਏਗਾ। ਚੇਂਜ ਹੁਣ ਵੀ ਆਈ ਹੈ ਤੇ ਚੇਂਜ ਗਾਂ ਵੀ ਆਏਗੀ, ਕਿਉਂਕਿ ਜਦੋਂ ਪੰਜਾਬ ਤੋਂ ਜਾਂ ਪੰਜਾਬ ਦੀਆਂ ਦੂਜੇ ਸੂਬਿਆਂ ਤੋਂ, ਪੰਜਾਬ ਵਾਲਿਆਂ ਨੂੰ ਤਾਂ ਪਤਾ ਹੀ ਆ ਕਿ ਪੰਜਾਬ ਦੇ ਵਿੱਚ ਔਰਤਾਂ ਰਲ ਕੇ ਅੰਦੋਲਨ ਕਰਦੀਆਂ ਨੇ, ਉੱਥੇ ਜਦੋਂ ਦਿੱਲੀ ਦੇ ਲੋਕ ਵੀ ਬਾਹਰ ਨਿਕਲੇ ਜਾਂ ਦੂਜੇ ਸੂਬਿਆਂ ਦੇ ਆਏ ਆ, ਉਹਨਾਂ ਨੇ ਆਪਣੀ ਸੇਫਟੀ ਸਮਝੀ ਆ। ਔਰ ਮੈਨੂੰ ਲੱਗਦਾ ਵੀ ਇਸ ਅੰਦੋਲਨ 'ਚ 5 ਸਾਲ ਦੇ ਬੱਚੇ ਤੋਂ ਲੱਗ ਕੇ 100 ਸਾਲ ਤੱਕ ਦੇ ਬੰਦੇ ਸ਼ਾਮਲ ਆ, ਔਰ ਸਾਰੇ ਜਿਹੜੇ ਆ ਉਹ ਬਰਾਬਰ ਸਮਝ ਰਹੇ ਨੇ। ਔਰ ਬੜੀ ਤਬਦੀਲੀ ਹੈ, ਔਰ ਇਸ ਤਬਦੀਲੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਔਰਤਾਂ ਦੇ ਅੰਦਰ ਜਾਗਰਤੀ, ਸਮਾਨਤਾ ਔਰ ਸੂਝ ਪੈਦਾ ਕੀਤੀ ਹੈ। ਇਹ ਬਹੁਤ ਵੱਡੀ ਗੱਲ ਹੈ। ਸੋ ਪੂਰੀ ਉਮੀਦ ਹੈ ਕਿ ਲੋਕਾਂ ਦੀ ਜਿਹੜੀ ਸੋਚ ਹੈ ਉਹ ਬਦਲ ਚੁੱਕੀ ਹੈ ਤੇ ਆਉਣ ਵਾਲੇ ਟਾਈਮ 'ਚ ਹੋਰ ਵੀ ਬਦਲੇਗੀ। ਸੋ ਇਸ ਤੋਂ ਇਲਾਵਾ ਇਤਿਹਾਸ ਦੇ ਵਿੱਚ ਜਿਵੇਂ ਤੁਸੀਂ ਅੰਦੋਲਨ ਦੀ ਗੱਲ ਕੀਤੀ, ਤੁਸੀਂ ਕਈ ਔਰਤਾਂ ਦੇ ਉਹਦੇ ਵਿੱਚ ਖਾਸ ਭੂਮਿਕਾਵਾਂ ਦੱਸੀਆਂ ਨੇ, ਜਿਹਨਾਂ ਕੁਝ ਇਹੋ ਜਿਹੇ ਵੀ ਨਾਮ ਨੇ ਤੁਹਾਡੇ ਕੋਲ ਜਿਹੜੇ ਕਿ ਆਮ ਜ ਦੁਨੀਆ ਤੱਕ ਹਜੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿਹੜੀ ਔਰਤ ਨੇ ਸਾਡੇ ਆਪਣੇ ਭਵਿੱਖ ਦੇ ਲਈ ਜਾਂ ਆਪਣੇ ਖੇਤੀਬਾੜੀ ਦੇ ਅੰਦੋਲਨ ਦੇ ਵਿੱਚ ਕੀ ਕੀਤਾ। ਕੁਝ ਇਹੋ ਜਿਹੀਆਂ ਔਰਤਾਂ ਦੇ ਨਾਮ ਤੁਸੀਂ ਸਾਡੇ ਨਾਲ ਸ਼ੇਅਰ ਕਰੋ। ਦੇਖੋ, ਮੈਂ ਤੇ ਔਰਤਾਂ ਦੇ ਜਿੱਦਾਂ ਨਾ ਅੰਦੋਲਨ ਸ਼ੁਰੂ ਹੋਇਆ, ਅੰਦੋਲਨ 'ਚ ਜੇ ਮੈਂ ਕਿਸੇ ਇੱਕ ਔਰਤ ਦਾ ਨਾਂ ਲਊਂ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਕਿਤੇ ਵਿਤਕਰਾ ਨਾ ਹੋਵੇ। ਪਰ ਇਹ ਅੰਦੋਲਨ ਜਿਸ ਦਿਨ ਤੋਂ ਸ਼ੁਰੂ ਹੋਇਆ, ਮੈਂ ਦੱਸਦੀ ਹਾਂ, ਉੱਥੇ ਗਏ ਆ ਉਸ ਦਿਨ ਤੋਂ 18 ਜਨਵਰੀ ਆਈ ਆ, ਔਰਤ ਦਿਵਸ ਮਨਾਇਆ। ਉਹਦੇ ਵਿੱਚ ਸਮੁੱਚੀਆਂ ਔਰਤਾਂ ਹੀ ਸੀ ਜਿਨ੍ਹਾਂ ਨੇ ਮੰਚ ਸੰਚਾਲਨ ਵੀ ਕੀਤਾ, ਸਾਰੇ ਕੰਮ ਆਪ ਕੀਤੇ ਆ, ਸਿਕਿਉਰਿਟੀ ਦਾ ਕੰਮ ਵੀ ਆਪ ਕੀਤਾ, ਲੰਗਰ ਵੀ ਆਪ ਬਣਾਇਆ। 26 ਜਨਵਰੀ ਆ, 26 ਜਨਵਰੀ ਦੇ ਵਿੱਚ ਔਰਤਾਂ ਖੁਦ ਟਰੈਕਟਰ ਚਲਾ ਕੇ ਗਈਆਂ ਨੇ, ਕੱਲੀਆਂ ਇੱਕ ਨਹੀਂ, ਪੰਜਾਬ ਤੋਂ ਬਾਹਰਲੀਆਂ ਔਰਤਾਂ ਵੀ ਟਰੈਕਟਰ ਚਲਾ ਕੇ ਗਈਆਂ। ਫਿਰ ਜਿਹੜੀ ਸੰਸਦ ਦੇ ਵਿੱਚ ਜਿੱਥੇ ਸਾਨੂੰ ਅਜੇ ਤੱਕ 33% ਨਹੀਂ ਮਿਲ ਰਿਹਾ, ਨਰੋਲ ਔਰਤਾਂ ਨੇ 2 ਦਿਨ ਸੰਸਦ ਚਲਾਈ ਆ, 26 ਜੁਲਾਈ ਤੇ 9 ਅਗਸਤ। ਔਰ ਇਸ ਔਰਤਾਂ ਦੀ ਸੰਸਦ ਦੀ ਵਿਸ਼ਵ ਭਰ ਦੇ ਵਿੱਚ ਚਰਚਾ ਆ ਰਹੀ ਹੈ। ਮੈਂ ਬਿਨਾਂ ਨਾਂ ਲਿਆਂ ਕਹੂੰਗੀ ਕਿ ਔਰਤਾਂ ਦੇ ਉੱਤੇ ਕੇਸ ਵੀ ਬਣੇ। ਇੱਕ ਟੂਲ ਕਿਟ ਦੇ ਮਾਮਲੇ 'ਚ ਜਿੰਨੀ ਲੜਕੀ ਨੇ ਕੀਤਾ, ਉਹਨਾਂ ਨੂੰ ਜੇਲ੍ਹਾਂ ਵੀ ਭੁਗਤਣੀਆਂ ਪਈਆਂ, ਉਹਨਾਂ ਨੂੰ ਇਸ ਤਰ੍ਹਾਂ ਵੀ ਹੋਇਆ। ਹੁਣ ਤੁਸੀਂ ਆ ਜਿਵੇਂ ਮੀਡੀਆ ਦੀ ਭੂਮਿਕਾ ਨਿਭਾ ਰਹੇ ਆ, ਖੁਸ਼ੀ ਹੋ ਰਹੀ ਆ। ਉੱਥੇ ਕਿਸਾਨ ਮੋਰਚੇ ਦੇ ਵਿੱਚ ਲੜਕੀਆਂ ਨੇ ਜਿਹੜੀ ਸੋਸ਼ਲ ਮੀਡੀਆ 'ਤੇ, ਕਿਉਂਕਿ ਗੋਦੀ ਮੀਡੀਆ 'ਤੇ ਕਵਰੇਜ ਕਰ ਹੀ ਨਹੀਂ ਸੀ ਰਿਹਾ, ਅਤੇ ਉਹਨਾਂ ਨੇ ਕਵਰੇਜ ਕੀਤੀ ਹੈ। ਔਰਤਾਂ ਹਰ ਪਾਸੇ ਤੋਂ ਅੱਗੇ ਆ ਰਹੀਆਂ ਨੇ, ਬਰਾਬਰ ਆ ਰਹੀਆਂ ਨੇ, ਔਰ ਇਸੇ ਕਰਕੇ ਅਸੀਂ ਜਿੱਤ ਵੱਲ ਵੱਧ ਰਹੇ ਹਾਂ। ਸੋ ਜਿੱਦਾਂ ਹੁਣ ਵੀ ਕਿਸਾਨ ਅੰਦੋਲਨ ਚੱਲ ਰਿਹਾ, ਉਹਦੇ ਵਿੱਚ ਵੀ ਪਰਸੋਂ ਚੌਥ ਵੀ 3 ਔਰਤਾਂ ਜਿਹੜੀਆਂ ਨੇ ਇੱਕ ਹਾਦਸੇ ਦੀਆਂ ਸ਼ਿਕਾਰ ਹੋਈਆਂ ਨੇ, ਹੈ ਨਾ, ਇੱਕ ਤਰ੍ਹਾਂ ਸ਼ਹੀਦ ਹੀ ਹੋਈਆਂ ਨੇ ਮੈਂ ਕਹੂੰਗੀ। ਤੁਹਾਡਾ ਉਹਨਾਂ ਬਾਰੇ ਕੀ ਵਿਚਾਰ ਹੈ? ਦੇਖੋ, ਵਿਚਾਰ ਪਹਿਲੀ ਗੱਲ ਤੇ ਸ਼ਹੀਦ ਹੋਈਆਂ ਨੇ, ਉਹਨਾਂ ਨੂੰ ਨਤਮਸਤਕ ਹੁੰਦੇ ਆ, ਉਹਨਾਂ ਨੂੰ ਸਲੂਟ ਕਰਦੇ ਆ ਕਿ ਉਹ 11 ਮਹੀਨੇ ਤੋਂ ਕਿਸਾਨ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਸੀ। ਕਦੇ ਉੱਥੇ ਚਲ ਜਾਂਦੀਆਂ ਸੀ, ਕਦੇ ਆ ਜਾਂਦੀਆਂ ਸੀ। ਪਰ ਇਸ ਅੰਦੋਲਨ 'ਚ ਜਿਹੜੀਆਂ 3 ਬੀਬੀਆਂ ਸ਼ਹੀਦ ਹੋਈਆਂ, ਆਪਣੇ ਘਰ ਨੂੰ ਵਾਪਸ ਆ ਰਹੀਆਂ ਸੀ ਟਿੱਕਰੀ ਬਾਰਡਰ ਤੋਂ ਆਉਂਦਿਆਂ, ਉਹ ਇੱਕ ਪਟੜੀ 'ਤੇ ਬੈਠੀਆਂ, ਵਿਚਕਾਰ ਡਿਵਾਈਡਰ 'ਤੇ ਬੈਠੀਆਂ, ਇੱਕ ਟਿੱਪਰ ਆਉਂਦਾ। ਮੈਂ ਹੁਣ ਵੀ ਤਾਜ਼ਾ ਪੜ੍ਹ ਰਹੀ ਸੀ ਕਿ ਟਿੱਪਰ ਸਿਰਫ 15-20 ਕਰਮਾਂ ਦੂਰੀ ਤੋਂ ਚੱਲਿਆ। ਇਹ ਮੈਨੂੰ ਸ਼ੱਕ ਪੈਂਦਾ ਕਿ 15-20 ਕਦਮਾਂ ਦੀ ਦੂਰੀ ਤੋਂ ਟਿੱਪਰ ਚੱਲ ਕੇ ਇੱਕਦਮ ਡਿਵਾਈਡਰ ਦੇ ਉੱਤੇ ਆ ਚੜ੍ਹਦਾ, ਕਿਤੇ ਕੋਈ ਗਿਣੀ ਮਿੱਥੀ ਸਾਜ਼ਿਸ਼ ਨਾ ਹੋਵੇ, ਕਿਉਂਕਿ ਖੁਫੀਆ ਏਜੰਸੀਆਂ ਦਾ ਬੜਾ ਜਾਲ ਵਿਛਿਆ, ਉਹ ਕੁਛ ਵੀ ਕਰ ਸਕਦੀਆਂ, ਕਰਵਾ ਸਕਦੀਆਂ ਨੇ। ਅਤੇ ਇਹ ਪੁਲਿਸ ਦੀ ਜਾਂਚ ਦੇ ਅਧੀਨ ਆ। ਮੈਂ ਇਹਦੇ 'ਤੇ ਬਹੁਤਾ ਕਿੰਤੂ ਤਾਂ ਨਹੀਂ ਕਰਦੀ, ਪਰ ਮਨ 'ਚ ਖਦਸ਼ਾ ਜ਼ਰੂਰ ਆ ਕਿ ਇਹ ਔਰਤਾਂ ਦੀ ਮੌਤ ਹੋਈ ਨਹੀਂ, ਇਹਨਾਂ ਦਾ ਕਤਲ ਹੋਇਆ, ਕਿਉਂਕਿ ਇਹਨਾਂ 'ਤੇ ਟਰੱਕ ਚੜ੍ਹਾ ਦਿੱਤਾ ਗਿਆ। 6 ਬੀਬੀਆਂ ਆ ਰਹੀਆਂ,
ਦੋ ਨੂੰ ਥੱਲਿਓਂ ਧੂ ਕੇ ਕੱਢਿਆ ਗਿਆ, ਹਸਪਤਾਲ 'ਚ ਦਾਖਲ ਆ, ਇੱਕ ਬਚ ਗਈ ਆ। 3 ਬੀਬੀਆਂ ਸ਼ਹੀਦ ਹੋ ਗਈਆਂ, ਬੀਬੀ ਅਮਰਜੀਤ ਕੌਰ, ਬੀਬੀ ਗੁਰਮੇਲ ਕੌਰ, ਬੀਬੀ ਸੁਖਵਿੰਦਰ ਕੌਰ, ਪਿੰਡ ਖੀਵਾ ਦਿਆਲੂ ਤੇ ਜ਼ਿਲ੍ਹਾ ਮਾਨਸਾ। ਵੈਸੇ ਤੇ ਮਾਲਵੇ ਦੀ ਮਾਨਸਾ ਇੰਨੀ ਦੇਣ ਆ, ਜਦੋਂ ਮੈਂ ਸੰਘਰਸ਼ ਦਾ ਇਤਿਹਾਸ ਪੜ੍ਹਦੀ ਆ ਸ਼ੁਰੂ ਤੋਂ ਹੀ ਬਹੁਤ ਦੇਣ ਆ। ਕੱਲੀਆਂ ਇਹ ਬੀਬੀਆਂ ਨਹੀਂ ਸ਼ਹੀਦ ਹੋਈਆਂ, ਉਸੇ ਦਿਨ ਇੱਕ ਬੀਬੀ ਗੁਰਮੇਲ ਕੌਰ, ਉਹ ਡੇਲੋਂ ਦੀ ਆ, ਪਿੰਡ ਡੇਲੋਂ ਆ, ਤੇ ਉਹ ਸ਼ਹੀਦ ਹੋਈ ਆ। ਉਹ ਵੀ ਜਦੋਂ ਤੋਂ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਤੇ ਮੋਰਚਾ ਲੱਗਾ ਹੈ ਕਿਸਾਨਾਂ ਦਾ, ਉਦੋਂ ਤੋਂ ਉਹਦੇ ਵਿੱਚ ਸ਼ਾਮਲ ਆ। ਅਸੀਂ ਇਸ ਗੱਲ ਦੇ ਨਾਲ ਇੱਕ ਹੋਰ ਜੋੜਨੀ ਚਾਹਾਂਗੀ, ਜਿੱਥੇ ਸਾਡੇ 600 ਤੋਂ ਵੱਧ ਉੱਥੇ ਕਿਸਾਨ ਸ਼ਹੀਦ ਹੋਏ, ਮਰਦ ਕਿਸਾਨ ਸ਼ਹੀਦ ਹੋਏ ਆ, ਉੱਥੇ ਸਾਡੀਆਂ ਬਹੁਤ ਸਾਰੀਆਂ ਔਰਤਾਂ ਸ਼ਹੀਦ ਹੋਈਆਂ। ਮੈਂ ਉਹਨਾਂ ਦੀ ਲਿਸਟ ਤਿਆਰ ਕੀਤੀ ਆ, ਉਹਨਾਂ ਦੇ ਸਾਰੇ ਵੇਰਵੇ ਤਿਆਰ ਕੀਤੇ ਆ। ਮੈਂ ਸਿਰਫ ਇੱਥੇ ਇੰਨਾ ਕੀ ਜ਼ਿਕਰ ਕਰਾਂਗੀ ਕਿ 30 ਤੋਂ ਗਿਣਤੀ ਉੱਪਰ ਟੱਪ ਚੁੱਕੀ ਹੈ ਉਹਨਾਂ ਔਰਤਾਂ ਦੀ, ਜਿਹੜੀਆਂ ਘਰੋਂ ਤੇ ਕਿਸਾਨੀ ਅੰਦੋਲਨ 'ਚ ਹਿੱਸਾ ਲੈਣ ਗਈਆਂ ਪਰ ਉਹ ਸ਼ਹੀਦ ਹੋ ਗਈਆਂ। ਉਹਨਾਂ ਦੀ ਸ਼ਹਾਦਤ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਸੋ ਹੁਣ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ, ਇੱਕ ਲਾਸਟ ਸਵਾਲ ਤੁਹਾਡੇ ਨਾਲ ਮੈਂ ਜਾਂਦੇ ਜਾਂਦਾ ਕਰਨ ਜਾ ਰਹੀ ਹਾਂ। ਜਿਹੜਾ ਹੁਣ ਅੰਦੋਲਨ ਚੱਲ ਰਿਹਾ, ਤੁਹਾਨੂੰ ਇਹਦੇ ਕੀ ਲੱਗਦੇ ਨੇ, ਕੀ ਨਤੀਜੇ ਨਿਕਲਣਗੇ? ਦੇਖੋ, ਇਹ ਅੰਦੋਲਨ ਤੇ ਪੂਰੀ ਤਰ੍ਹਾਂ ਜਿੱਤ ਚੁੱਕੇ ਆ। ਜਿੱਦਾਂ ਕਿਸਾਨਾਂ ਦੀ ਬਾਰ-ਬਾਰ ਜਿਹੜੀ ਉੱਥੇ ਮੀਟਿੰਗ ਹੋਈ ਆ ਅਹੁਦੇਦਾਰਾਂ ਨਾਲ, ਹਕੂਮਤ ਦੇ ਨਾਲ, ਜੇ ਹਕੂਮਤ ਕੋ ਦਲੀਲ ਹੁੰਦੀ ਤਾਂ ਉਹਨਾਂ ਨੂੰ ਕੋਈ ਜਵਾਬ ਦਿੰਦੇ। ਸਿਰਫ ਉਹ ਮਨੋਂ ਹਾਰ ਚੁੱਕੇ ਆ, ਬਿਲਕੁਲ ਹਾਰ ਚੁੱਕੇ ਆ। ਹੁਣ ਸਿਰਫ ਇੱਕ ਗੱਲ ਦਾ ਅਡੰਬਰ ਰਚ ਰਹੇ ਆ ਕਿ ਜਿਹੜੇ ਕਾਨੂੰਨ ਨੇ ਉਹ ਕਿਸਾਨਾਂ ਦੇ ਹਿੱਤ 'ਚ, ਇਹਦਾ ਰਾਗ ਅਲਾਪ ਰਹੇ ਆ। ਬਾਕੀ ਉਹਨਾਂ ਕੋਲ ਕੁਛ ਨਹੀਂ, ਜਿੱਤੇ ਹੈਗੇ ਹੀ ਆ ਕਿਸਾਨ, ਔਰ ਅਖੀਰ ਤੇ ਕਿਸਾਨਾਂ ਦੀ ਜਿੱਤ ਹੋਣੀ ਆ, ਕਿਉਂਕਿ ਉਹ ਆਪਣੇ ਹੱਕ ਲਈ ਲੜ ਰਹੇ ਆ। ਜਿਹੜੇ ਲੋਕ ਮਾਰੂ ਕਾਨੂੰਨ ਆ ਉਹਨਾਂ ਨੂੰ ਰੱਦ ਕਰਨ ਲਈ ਲੜ ਰਹੇ ਆ। ਉਹ ਸਰਕਾਰ ਤੋਂ ਮੰਗ ਹੀ ਕੁਛ ਨਹੀਂ ਰਹੇ, ਉਹ ਤਾਂ ਇਹ ਕਹਿ ਰਹੇ ਵੀ ਇਹਨਾਂ ਨੂੰ ਰੱਦ ਕਰ ਦਿਓ। ਉਹ ਕੁਛ ਮੰਗ ਨਹੀਂ ਰਹੇ, ਉਹਨਾਂ ਦੀ ਕੋਈ ਮੰਗ ਨਹੀਂ ਕਿ ਸਾਨੂੰ ਆਹ ਦੇ ਦਿਓ। ਉਹਨਾਂ ਦੀ ਇਹ ਵੀ ਜੋ ਸਾਨੂੰ ਦਿੱਤਾ ਸਾਨੂੰ ਨਹੀਂ ਚਾਹੀਦਾ, ਉਹ ਤੁਸੀਂ ਵਾਪਸ ਲੈ ਲਓ, ਉਹ ਸਾਡੇ ਫਾਇਦੇਮੰਦ ਨਹੀਂ ਹੈਗਾ। ਇਸ ਕਰਕੇ ਸੰਘਰਸ਼ ਜਿੱਤਿਆ ਹੈ। ਉਹਨਾਂ ਦੇ ਹੌਸਲੇ ਬੁਲੰਦ ਨੇ, ਸਾਡੇ ਹੌਸਲੇ ਬੁਲੰਦ ਆ, ਔਰ ਅਖੀਰ ਤੱਕ ਮੈਂ ਇਹੋ ਹੀ ਕਹੂੰਗੀ ਕਿ ਇਹ ਸੰਘਰਸ਼ ਜਿੱਤਿਆ ਹੈ, ਜਿੱਤ ਲੜਦੇ ਲੋਕਾਂ ਦੀ ਹੋਰ ਗਈ ਹੈ। ਸੋ ਬਹੁਤ ਬਹੁਤ ਸ਼ੁਕਰੀਆ HSN TV ਦੇ ਵਿੱਚ ਆ ਕੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਬਹੁਤ ਬਹੁਤ ਸ਼ੁਕਰੀਆ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਸ ਚੈਨਲ ਦੀ, ਜਿਸ ਦੇ ਰਾਹੀਂ ਮੈਨੂੰ ਜਿਹੜਾ ਮੌਕਾ ਦਿੱਤਾ ਤੇ ਮੈਂ ਰੂਬਰੂ ਹੋਈ ਹਾਂ। ਬਹੁਤ ਬਹੁਤ ਧੰਨਵਾਦ। ਸੋ ਅਸੀਂ ਗੱਲਬਾਤ ਕਰ ਰਹੇ ਸੀ ਡਾਕਟਰ ਰਘਬੀਰ ਕੌਰ ਦੇ ਨਾਲ, ਜਿਨ੍ਹਾਂ ਨੇ ਸਾਨੂੰ ਕਿਸਾਨੀ ਅੰਦੋਲਨ ਦੇ ਵਿੱਚ ਔਰਤਾਂ ਦੀ ਕੀ ਭੂਮਿਕਾ ਰਹੀ ਹੈ ਉਹਦੇ ਬਾਰੇ ਕਾਫੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ। ਸੋ ਕਹਿਣ ਦਾ ਭਾਵ ਇਹੀ ਹੈ ਕਿ ਔਰਤਾਂ ਕਿਸੇ ਵੀ ਵਰਗ ਨਾਲ ਸੰਬੰਧਿਤ ਕਿਉਂ ਨਾ ਹੋਣ, ਕਿਸੇ ਵੀ ਖੇਤਰ ਨਾਲ ਸੰਬੰਧਿਤ ਕਿਉਂ ਨਾ ਹੋਣ, ਕਿਸੇ ਵੀ ਕਿੱਤੇ ਨਾਲ ਜੁੜੀਆਂ ਕਿਉਂ ਨਾ ਹੋਣ, ਉਹ ਆਪਣੇ ਹਰ ਕਿੱਤੇ ਦੇ ਵਿੱਚ, ਹਰ ਵਰਗ ਦੇ ਵਿੱਚ ਪੂਰਾ ਯੋਗਦਾਨ ਦਿੰਦੀਆਂ ਨੇ। ਸੋ HSN TV ਤੁਸੀਂ ਵੇਖ ਰਹੇ ਸੀ। ਹੁਣ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।